उपकार वल सदा ही तैयार है, पर उपकार वल सदा ही तैयार है। दुनिया दे नक्शे ते उच्ची ओदी शान है, दुनिया दे नक्शे ते उच्ची ओदी शान है। चल के जो दर तेरे औदार इंसान है, चल के जो दर तेरे औदार इंसान है, चल के जो दर तेरे औदार इंसान है। हो हम अवगुण परे एक गुण
ਅੰਮ੍ਰਿਤ ਛਾੜ ਵਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਗੁਰਗੱਦੀ ਤੇ ਬਿਰਾਜਮਾਨ ਦੀਨ ਦੁਨੀਆ ਦੇ ਪਾਤਸ਼ਾਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਭਗਤ ਵਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਵੇ ਪਰਵਾਹ ਬੇਮੋਤਾਜ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਸੱਜ ਬੈਠੇ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਹਾਜ਼ਰੀਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਲਾਉਣੀਆਂ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਹੁਕਮ ਹੈ ਆਗੇ ਆਵਤ ਸਿੰਘ ਜੋ ਪਾਵਹਿ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਕਿਉਂਕਿ ਧੁਰ ਕੀ ਬਾਣੀ ਤੇ ਗੁਰੂ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਹੈ। ਜੇ ਕੋਈ ਅੰਦਰਲੀ ਅੱਖ ਦੇ ਨਾਲ ਤੱਕੇ ਤੇ ਦਿਸਦਾ ਇਹਨਾਂ ਦੇ ਵਿੱਚੋਂ ਪਰਮਾਤਮਾ ਹੈ। ਨੈਣ ਸਮਾਨੇ ਨੈਣ ਮੇ ਬੈਨ ਸਮਾਨੇ ਬੈਨ ਸਿੰਘ ਸਮਾਨੇ ਗੁਰੂ ਮੈਂ ਭਏ ਆਨ ਕੇ ਐਨ ਕਰੋ ਜੀ ਕਿਰਪਾ ਝਕਾਓ ਜੀ ਸੀਸ ਦਿਓ ਜੀ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਤਾ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅਪਾਰ ਰਹਿਮਤ ਕੀਤੀ ਹੈ ਭਿੰਨੀ ਭਿੰਨੀ ਰਹਿਣ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀਆਂ ਦੀ ਪਾਵਨ ਯਾਦ ਦੇ ਅੰਦਰ ਜੁੜ ਕੇ ਬੈਠੇ ਹੋ। ਕੁਝ ਸਿਆਣਿਆਂ ਦੇ ਕੋਲ ਜਦੋਂ ਬੈਠੀਏ ਨਾ ਜਿਨ੍ਹਾਂ ਨੇ ਸਤ ਸੰਗਤ ਦਾ ਆਨੰਦ ਮਾਣਿਆ ਹੁੰਦਾ ਉਹ ਦੱਸਣਾ ਕਰਦੇ ਕਿ ਭਾਈ ਜੇ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਕੋਈ ਚੰਗੇ ਕਰਮ ਹੋਣ ਤੇ ਤਾਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਕਿਉਂਕਿ ਘੜੀ ਘੜੀ ਅੰਦਰ ਲੱਖਾਂ ਦਾ ਫੇਰ ਹੁੰਦਾ ਹੋਈਆਂ ਜੱਗ ਉਤੇ ਬੇਸ਼ੁਮਾਰ ਘੜੀਆਂ ਇੱਕ ਘੜੀ ਜੋ ਗੁੱਟ ਤੇ ਟਾਈਮ ਦੱਸੇ ਇੱਕ ਮਿਲਦੀਆਂ ਪਾਸ ਘੁਮਿਆਰ ਘੜੀਆਂ ਐ ਪਰ ਐਸ ਸੁਲੱਖਣੀ ਘੜੀ ਉਤੋਂ ਵਾਰਦਿਆਂ ਮੈਂ ਲੱਖ ਹਜ਼ਾਰ ਘੜੀ। ਕਿਹੜੀ ਘੜੀ? ਉਹ ਘੜੀ ਜਿਹੜੀ ਘੜੀ ਗੁਰੂ ਦੀ ਯਾਦ ਅੰਦਰ ਲੰਘਦੀ ਗੁਰੂ ਦੀ ਗੋਦ ਅੰਦਰ ਲੰਘਦੀ ਹੈ ਸਤ ਸੰਗਤ ਦੇ ਵਿੱਚ ਬੈਠਿਆਂ ਲੰਘਦੀ ਹੈ। ਆਓ ਜੀ ਜਿਤਨਾ ਕੋ ਵਕਤ ਹੈ ਹਾਜ਼ਰੀਆਂ ਸਤਿਗੁਰੂ ਪਾਤਸ਼ਾਹ ਜੀਆਂ ਦੀ ਗੋਦ ਦੇ ਅੰਦਰ ਜਿਤਨਾ ਕੋ ਸਮਾਂ ਲਵਾਉਣੀ ਹੈ ਉਹਨਾਂ ਸਮਾਂ ਇਕਾਗਰਤਾ ਦੇ ਵਿੱਚ ਬੈਠੇ ਰਹੀਏ। ਬਹੁਤਾ ਕੁਝ ਸਮਾਂ ਆਪਣੇ ਕੋਲ ਨਹੀਂ ਸੀਮਤ ਜੇ ਸਮੇਂ ਦੇ ਅੰਦਰ ਰਹਿੰਦਿਆਂ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾ ਕਰਕੇ ਆਪ ਸੰਗਤ ਦੇ ਕੋਲੋਂ ਅਸੀਸ ਲੈ ਲੈਣੀ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਸਤਿਗੁਰੂ ਜੀ ਤਨਾਂ ਦੇ ਜੀਵਨ ਨੂੰ ਜੇ ਪੜ੍ਹੀਏ ਨਾ ਤੇ ਜੀਵਨ ਜਿਉਣ ਦੀ ਜਾਂਚ ਆ ਜਾਂਦੀ ਹੈ। ਢੰਗ ਸਿੱਖ ਲਈਦਾ ਹੈ। 6-7 ਸਾਲ ਦੀ ਉਮਰ ਬੱਚੇ ਦੀ ਕਿੱਡੀ ਹੁੰਦੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿਸ ਉਮਰ ਵਿੱਚ ਬੱਚਾ ਇਹ ਨਹੀਂ ਜਾਣਦਾ ਮੇਰਾ ਮਾਂ-ਬਾਪ ਕਮਾਉਂਦਾ ਕਿਵੇਂ, ਮੈਨੂੰ ਚੰਗਾ ਖਾਣ ਵਾਸਤੇ ਮਿਲ ਰਿਹਾ, ਚੰਗਾ ਪਹਿਨਣ ਵਾਸਤੇ ਮਿਲ ਰਿਹਾ, ਕਿਵੇਂ ਮਿਲ ਰਿਹਾ। ਉਸ ਉਮਰ ਦੇ ਵਿੱਚ ਮਾਤਾ ਤੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮੇਰਾ ਚੌਥਾ ਗੁਰੂ ਨਾਨਕ ਕਦੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਸੀਸ ਦੇ ਉੱਪਰ ਘੁੰਗਣੀਆਂ ਵਾਲੀ ਛਾਬੜੀ ਰੱਖ ਕੇ ਹੋਕਾ ਲਾਉਣਾ ਕਰਦਾ ਹੈ ਜੇ ਨਾਨੀ ਬਾਸਰਕੇ ਦੀ ਧਰਤੀ ਤੇ ਲੈ ਕੇ ਆਈ ਇੱਥੇ ਵੀ ਮੇਰੇ ਬਾਪੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗਲੀ ਗਲੀ ਵਿੱਚ ਜਾ ਕੇ ਹੋਕੇ ਲਾਉਣੇ ਨਾਲੇ ਬੈਰਾਗ ਕਰਨਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਤੇ ਪਿਆਰੇ ਖਾਲਸਾ ਜੀ ਕੋਈ ਸਮਾਂ ਸੀ ਜਦੋਂ ਲਾਹੌਰ ਦੀਆਂ ਔਰਤਾਂ ਨੇ ਮਿਹਣੇ ਦਿੱਤੇ ਜੇਠਿਆ ਤੂੰ ਤਾਂ ਯਤੀਮ ਹੋ ਗਿਆ, ਤੂੰ ਮਾੜੇ ਕਰਮਾਂ ਵਾਲਾ, ਤੁਹਾਡੇ ਵਿਆਹ ਨਹੀਂ ਹੋਣੀ, ਚੰਗੀ ਰਹਿਣ ਨੂੰ ਛੱਤ ਨਹੀਂ ਮਿਲਣੀ, ਚੰਗਾ ਖਾਣ ਨੂੰ ਨਹੀਂ ਮਿਲੇਗਾ, ਚੰਗਾ ਪਹਿਨਣ ਵਾਸਤੇ ਨਹੀਂ ਮਿਲੇਗਾ। ਤੇ ਸੱਚ ਕਰਕੇ ਜਾਣਿਓ ਜਿਸ ਦਿਨ ਤੀਜੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਨਾਲ ਮਿਲਾਪ ਹੋਇਆ ਉਹੀ ਸਤਿਗੁਰੂ ਜਿਹੜਾ ਕਹਿੰਦਾ ਸੀ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਅੱਜ ਮੇਰਾ ਉਹੀ ਗੁਰੂ ਨਾਨਕ ਕਹਿੰਦਾ ਹੈ ਗੁਰ ਸਤਿਗੁਰ ਸੰਗ ਕੀਏ ਹਮ ਥਾਪੇ। ਅੱਜ ਜਾਈਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹ ਬਾਪੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਘਰ ਜਿੱਥੇ ਆ ਕੇ ਅੱਜ ਲੱਖਾਂ ਯਤੀਮ ਆਪਣੇ ਢਿੱਡ ਭਰਦੇ ਆ। ਜਿਹੜੀਆਂ ਔਰਤਾਂ ਕਿਹਾ ਸੀ ਨਾ ਜੇਠਿਆ
ਆ ਤੇਰੇ ਤੇ ਘਰ ਨੂੰ ਜੰਦਰਾ ਵੱਜ ਜਾਣਾ, ਰਹਿਣਾ ਕੱਖ ਨਹੀਂ। ਅੱਜ ਉਸ ਗੁਰੂ ਰਾਮਦਾਸ ਦੇ ਘਰ ਦੇ 4 ਦਰਵਾਜ਼ੇ ਐ। ਜੈਨੀ ਆਵੇ, ਬੋਧੀ ਆਵੇ, ਸਿੱਖ ਆਵੇ, ਮੁਸਲਿਮ ਆਵੇ, ਈਸਾਈ ਆਵੇ, ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਤੇ ਅੱਜ ਉਸੇ ਬਾਪੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀਆਂ ਉਹ 4 ਨਕੀਤੀਆਂ 4 ਲਾਵਾਂ ਤੋਂ ਬਿਨਾਂ ਕਿਸੇ ਸਿੱਖ ਦਾ ਵਿਆਹ ਨਹੀਂ ਜੰਮਦਾ। ਐਡੀਆਂ ਬਰਕਤਾਂ ਜਿਸ ਗੁਰੂ ਨਾਨਕ ਦੇ ਘਰ ਦੇ ਅੰਦਰ। ਇੱਥੇ ਪਿਆਰਿਓ ਜਦੋਂ ਆਉਣਾ ਨੀਵੇਂ ਹੋ ਕੇ ਆਈਏ, ਨਿਮਾਣੇ ਹੋ ਕੇ ਆਈਏ। ਸਾਡੇ ਤੋਂ ਪਹਿਲਾਂ ਵੀਰ ਜੀ ਬੇਨਤੀ ਕਰ ਰਹੇ ਸੀ ਕਿ ਸਾਡੇ ਵਰਗੇ ਬਹੁਤਿਆਂ ਨੂੰ ਅੱਜ 4 ਵੱਧ ਪ੍ਰੋਗਰਾਮ ਲਾ ਲਈਏ ਜਾਂ 4 ਦਿਨ ਵੱਧ ਚੌਂਕੜਾ ਲਾ ਲਵੇ ਕੋਈ, ਉਹਨੂੰ ਮਾਣ ਹੋ ਜਾਂਦਾ ਕਿ ਮੇਰੇ ਤੋਂ ਵੱਧ ਕੇ ਹਠੀ ਕੋਈ ਨਹੀਂ, ਮੇਰੇ ਤੋਂ ਵੱਧ ਕੇ ਜਪੀ ਕੋਈ ਨਹੀਂ। ਕੋਈ ਕੋਠੀਆਂ ਕਾਰਾਂ ਦਾ ਮਾਣ ਕਰਦਾ, ਕੋਈ ਹੁਸਨ ਦਾ ਕਰਦਾ, ਕੋਈ ਪੈਸੇ ਦਾ ਕਰਦਾ। ਪਰ ਕਵੀ ਕਹਿੰਦਾ ਏ ਹੁਸਨ ਕਹੇ ਮੈਂ ਸਭ ਤੋਂ ਵੱਡਾ, ਮੇਰੀ ਖਲਕਤ ਸੋਭਾ ਕਰਦੀ। ਪੈਸਾ ਕਹਿੰਦਾ ਮੈਂ ਸਭ ਤੋਂ ਵੱਡਾ, ਮੇਰਾ ਦੁਨੀਆ ਪਾਣੀ ਭਰਦੀ। ਅਕਲ ਕਹਿੰਦੀ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ। ਤਕਦੀਰ ਕਹਿੰਦੀ ਐਵੇਂ ਕਿਵੇਂ? ਤਕਦੀਰ ਕਹਿੰਦੀ ਤੁਸੀਂ ਸਾਰੇ ਹੀ ਝੂਠੇ, ਮੈਂ ਜੋ ਚਾਹਾ ਸੋ ਕਰਦੀ। ਪਰ ਮੈਂ ਆਖਾਂ ਮੇਰਾ ਸਤਿਗੁਰੂ ਨਾਨਕ ਵੱਡਾ, ਜਿਹਦਾ ਤਕਦੀਰ ਵੀ ਪਾਣੀ ਭਰਦੀ। ਭਰਦੀ। ਕਿਉਂਕਿ ਗੁਰੂ ਨਾਨਕ ਦਾ ਘਰ ਹੈ ਦੁਖੀਆਂ ਦਾ ਆਸ਼ੀਆਨਾ, ਮੇਰਾ ਮੁਹੱਬਤਾਂ ਦਾ ਭਰਿਆ ਖਜ਼ਾਨਾ। ਮਿਲਦਾ ਹੈ ਮਾਣ ਇੱਥੇ ਨੀਵੇਂ ਤੇ ਨਿਮਾਣਿਆਂ ਨੂੰ, ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ। ਨਾਗਾਂ ਦੀ ਆਤਮਾ ਨੂੰ ਮਿਲਦਾ ਸਰੂਰ ਇੱਥੇ, ਕਾਲਖ ਦਿਲਾਂ ਦੀ ਧੋਵੇ ਨਾਨਕ ਦਾ ਨੂਰ ਇੱਥੇ। ਆ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ, ਆ ਮਨੁੱਖੀ ਜਾਮਾ ਮਿਲਿਆ ਨਾ ਇੱਕ ਹੀਰੇ ਦੀ ਤਰ੍ਹਾਂ ਹੈ। ਬਹੁਤੇ ਇਸ ਹੀਰੇ ਨੂੰ ਘੱਟੇ ਵਿੱਚ ਰੋਲ ਕੇ ਤੁਰ ਜਾਂਦੇ ਨੇ ਤੇ ਅੰਤੋਂ ਪਛਤਾਉਂਦੇ ਨੇ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਮੇਰੇ ਵਰਗੇ ਦਿਨ ਖਾ ਪੀ ਕੇ ਗੁਜ਼ਾਰ ਲੈਂਦੇ ਨੇ ਤੇ ਰਾਤ ਸੌਂ ਕੇ ਗਵਾ ਲੈਂਦੇ ਆ। ਪਰ ਅਸੀਂ ਨਹੀਂ ਜਾਣਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਪਰ ਯਾਦ ਰੱਖਿਓ ਖਸਮ ਵਿਸਾਰ ਖੁਆਰੀ ਕੀਨੀ, ਧਰੇਕ ਜੀਵਨ ਨਹੀਂ ਰਹਿਣਾ। ਇਹ ਜੀਵਨ ਸਦਾ ਵਾਸਤੇ ਥੋੜੇ ਨਾ ਰਹਿਣ ਵਾਲਾ। ਜੋ ਦੁਨੀਆ ਤੇ ਆਇਆ ਹੈ, ਸੰਸਾਰ ਤੇ ਆਇਆ ਹੈ, ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਪਰ ਪਿਆਰਿਓ ਦੁਨੀਆ ਤੇ ਆ ਕੇ ਇਹੋ ਜਿਹਾ ਕੰਮ ਕਰਕੇ ਜਾਈਏ ਕਿ ਲੋਕ ਸਾਡੇ ਜਾਨ ਮਗਰੋਂ ਸਾਨੂੰ ਯਾਦ ਕਰਨ। ਕਿਉਂਕਿ ਇੱਕ ਸ਼ਾਨ ਦੇ ਵਾਂਗਰ ਸ਼ਾਹ ਹੈ ਜ਼ਿੰਦਗੀ, ਅਸਲ ਦੇ ਅੰਦਰ ਤਾਂ ਹੈ ਜ਼ਿੰਦਗੀ, ਮਰ ਕੇ ਵੀ ਜਿਸ ਦਾ ਨਾ ਹੈ ਜ਼ਿੰਦਗੀ, ਆਖਰ ਉਸ ਜ਼ਿੰਦਗੀ ਦਾ ਨਾ ਹੈ ਜ਼ਿੰਦਗੀ। ਨਾ ਹੈ ਜ਼ਿੰਦਗੀ। ਹੁਣ ਬਾਣੀ ਦਾ ਓਟ ਆਸਰਾ ਤੱਕਿਆ ਹੈ। ਕਵਿਤਾ ਤੇ ਗੁਰਬਾਣੀ ਦੇ ਵਿੱਚ ਬਹੁਤ ਫਰਕ ਹੈ। ਕਵਿਤਾ ਕਵੀ ਲੋਕ ਲਿਖਦੇ ਤੇ ਗਾਉਣ ਵਾਲੇ ਗਾ ਦਿੰਦੇ ਆ, ਪਰ ਜਿਹੜੀ ਸਤਿਗੁਰ ਦੀ ਬਾਣੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਧਰੋਂ ਅਕਾਲ ਨੇ ਆਪ ਭੇਜੀ, ਭੁੱਲੇ ਭਟਕਿਆ ਨੂੰ ਰਾਹ ਪਾਉਂਦੀ ਏ। ਬਾਣੀ ਹਿਰਦਿਆਂ ਦੇ ਵਿੱਚ ਪ੍ਰਕਾਸ਼ ਕਰਦੀ ਤੇ ਮਨਾਂ ਦੀ ਮੈਲ ਨੂੰ ਲਾਉਂਦੀ ਏ। ਬਾਣੀ ਦੁੱਧ ਦਿੰਦੀ, ਬਾਣੀ ਪੁੱਤ ਦਿੰਦੀ, ਬਾਣੀ ਦੌਲਤਾਂ ਨਾਲ ਰਜਾਉਂਦੀ ਏ। ਜਿਹੜਾ ਇਸ ਦਾ ਦਿਲਬਰਾ ਜਾਪ ਕਰਦਾ ਉਹਦੇ ਸਿਰ ਤੇ ਛਤਰ ਚੁਲਾਉਂਦੀ ਏ। ਸਤਿਗੁਰ ਜੀਆਂ ਤੋਂ ਪੁੱਛੀਏ ਗੁਰਬਾਣੀ ਹੈ ਕੀ? ਗੁਰਬਾਣੀ ਜੋਤੀ ਹੈ, ਗੁਰਬਾਣੀ ਨੂਰ ਹੈ, ਗੁਰਬਾਣੀ ਰੋਸ਼ਨੀ ਹੈ। ਗੁਰਬਾਣੀ ਜਪਣ ਦੇ ਲਾਭ ਕਿੰਨੇ ਹੈ? ਗੁਰਬਾਣੀ ਉਹਨਾਂ ਦੇ ਹਿਰਦਿਆਂ ਵਿੱਚ ਵਸਦੀ ਹੈ ਜਿਨ੍ਹਾਂ ਤੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਹੋਵੇ। ਕਿਉਂਕਿ ਗੁਰਬਾਣੀ ਕੋਈ ਨਾਵਲ ਨਹੀਂ, ਗੁਰਬਾਣੀ ਕੋਈ ਨਾਟਕ ਨਹੀਂ, ਵਾਰਤਾ ਨਹੀਂ, ਕੋਈ ਇਤਿਹਾਸ ਨਹੀਂ। ਇੱਥੇ ਸਵਾਲ ਪੈਦਾ ਹੋਵੇਗਾ ਗੁਰਬਾਣੀ ਹੈ ਕੀ? ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰੂ ਕੀ ਕਹਿੰਦੇ ਐ? ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਆਦੀਨ ਦੁਨੀਆ ਦੇ ਸਾਰੇ ਸੁਖ ਉਸ ਪ੍ਰਭੂ ਦੇ ਸਿਮਰਨ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ। ਬਾਪੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਯਾਦ ਕਰ ਰਹੇ ਹਾਂ। ਕੋਈ ਸਮਾਂ ਸੀ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣੇ ਨਾ, ਫਿਰ ਸਮਾਂ ਆਉਣ ਤੇ ਪਰਖ ਦਾ ਪਰਚਾ ਲਿਆ। 3 ਸਾਹਿਬਜ਼ਾਦੇ ਨਾ, ਪ੍ਰਿਥੀ ਚੰਦ ਮਹਾਦੇਵ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਨੇ ਪਰਖ ਦਾ ਪਰਚਾ ਪਾਇਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੂੰ ਲਾਹੌਰ ਦੀ ਧਰਤੀ ਤੇ ਭੇਜਿਆ, ਨਾਲ ਇਹ ਵੀ ਆਖਿਆ ਜਿੰਨਾ ਚਿਰ ਤੱਕ ਅਸੀਂ ਆਪ ਨਹੀਂ ਬੁਲਾਵਾਂਗੇ ਉਹਨਾਂ ਚਿਰ ਆਪਣੇ ਆਪ ਚੱਲ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਜੇ ਆਉਣਾ। ਤੇ ਮੇਰਾ ਸਤਿਗੁਰੂ ਪੰਨਵਾਂ ਗੁਰੂ ਨਾਨਕ ਵਿਆਕੁਲ ਹੋ ਉਠਿਆ।
ना दिन नूं चैन ना रात नूं नींद। पर बाणी की कहती है, हुक्म मन्निया होवे परवान तां खसमे का महल पाए सी। हुण जदों परमेश्वर परख दा परचा पाउंदा है ना, वड्डे वड्डे अखवाउण वाले सदकी भी डोलदे वेखे है, पर सतगुरु नाल ही याद कराउंदे ने, सिखा जाको मुश्किल अत बने ढोई कोई ना दे। लागू होए दुश्मन साक पे भज खले, सबो भजे आसरा चूके सब असराओ। जद आवे उस पार ब्रह्म ता लगे ना तती। वाओ वाओ। हुण सतगुरु धन गुरु अर्जन देव जी महाराज सच्चे पातशाह निमरता दे पुंज, प्यार दे मुजस्मे, शांति दे नाल जे रिझदी देग विच नहा के तती तवी ते चौंकड़ा मार के बहिंदे है ना, तती तवी ते बैठा भी मेरा पंजवां गुरु नानक सुखमनी दा जाप करदा है। हुण मेरे वर्गे अपने मनां अंदर झात मार के वेखियो, असी ते अज मखमली सेजां ते बैठ के भी सुखमनी दा जाप नहीं करते। हुण सतगुरु धन गुरु अर्जन देव जी महाराज ओदे भाणे दे अंदर बैठे की कहंदे ने, तेरा किया मिठा लगे हर नाम पदार्थ नानक मांगे। ते साईं मियां मीर जी ने आके जदों अपने महबूब दे दीदार कीते, इतिहासकार कहंदे कि साईं मियां मीर जी बेहोश होके धरती ते डिगे, क्योंकि वेखदे है ओ मेरा पंजवां गुरु नानक जड़ा अमृतसर साहब की धरती ते मखमली सेजां ते सजदा सी, अज तती तवी दा आसन ला के बैठा है। जड़ा मेरा सतगुरु सजदा सी संगत दे विच सीस ते छतर झुलदा सी, चौर हुंदा सी, अज उस चौर ते छतर दी थां ते अज मेरे पातशाह जियां दे सीस दे विच गरम गरम रेता पै रिहा। ते मौके दी हुकूमत नूं लानत की पाई, इस संत दे नाल लवी ना टक्कर, फौजा उदिया होवेगी हार तेरी, एदे सबर दी अग जे भड़क बैठी पिघल जावेगी खूनी तलवार तेरी। ओ गल फिर ठीक भी निकलदी है कि गुरु अर्जन देव के अवसानों ने यह साबित कर दिया, शहादत नाम किसका है और शहीदी किसे कहते हैं। सतगुरु कहंदे जहांगीर की गल बड़ा तता है, बड़ा भुड़क भुड़क के पैना है, मैनू पता है ए मेरी सदा को दबाना तो मुमकिन है, मगर हयात की ललकार को कौन रोकेगा। सतगुरु कहंदे फसीले आतिश वाहन बहुत बुलंद सही। हुण फसील कहंदे किनू है, फसील कहंदे ने कंध नू, आतिश किनू कहंदे ने अग नू, अहिन किनू कहंदे ने लोहे नू। महाराज कहंदे फसीले आतिश वाहन बहुत बुलंद सही, मगर बदलते वक्त की रफ्तार कौन रोकेगा। ऐ मेरे ख्यालों की परवाज को रोकने वाले हर गोबिंद की तलवार को कौन रोकेगा। ए जगत गुरु धन गुरु नानक देव जी महाराज ने पहले ही भाई मर्दाने नूं कहा सी, क्योंकि गुरु नानक साहब के इतिहास नूं पढ़ो, असी सतगुर दे स्वरूप दे दीदार करते हाँ। एक बाबे नानक दे हत्थ दे विच जिथे किताब का जिक्र आया, उत्थे डंडे का भी जिक्र आया। ते धन गुरु नानक साहब जी महाराज जी दे कोलों भाई मर्दाना साहब पुछदे हैं, बाबा नानका आ तेरे हाथ दे विच पकड़िया होया डंडा की कहना चाहुंदा है। ते गुरु नानक पातशाह मुखारबिंद चों दसदे ने, मर्दानिया जल्द समा आवेगा, इसे गुरु नानक दे हत्थ दे डंडे ने एक दिन शमशीर का रूप धारण करना। और पंजवें गुरु नानक की शहादत तो बाद सतगुरु धन गुरु हरगोबिंद साहब जी महाराज सच्चे पातशाह खलो के तख्त श्री अकाल तख्त साहब ते बब्बर शेर की तरह गरजे ने, कहंदे सिखो शांति दे नाल रिझदी देग विच नहा के भी वेखिया, तती तवी ते चौंकड़ा मार के भी बैठ के वेख लिया। अज इन्हां जरवाना माला फड़दियां नूं टेके नहीं ना बैठण देना, ते खंडे खड़काउने पैणगे। पर भाई सब भाई गुरदास जी फरमाउंदे ने, पंज प्याले पंज पीर छठम पीर बैठा गुर भाई अर्जन काया पलट के मूर्त हर गो बेसवारी चली पीढ़ी सोटियां रूप वखावण वारो वारी। दल भंजन गुरु सूरमा वड जोधा बहो परोपकारी जोग जोग सतगुर धरे अवतारी। कर कड़कड़ कर कर करदियां धौसियां ते नगारियां ते जदों चोटां लगदियां, छेवां गुरु नानक खलो के तख्त श्री अकाल तख्त साहब ते एक ऐलान है, ओ कर
सिखी दा सोना बदला दिता हो
ਖੱਡਾ ਚੁੱਕਿਆ ਦਿਲਬਰਾ ਸਤਿਗੁਰਾਂ ਨੇ ਖੱਡਾ ਚੁੱਕਿਆ ਦਿਲਬਰਾ ਸਤਿਗੁਰਾਂ ਨੇ ਬਦ ਸ਼ਹੀਦਾਂ ਦਾ ਖੱਤ ਹਿਲਾ ਦਿੱਤਾ ਬਦ ਸ਼ਹੀਦਾਂ ਦਾ ਖੱਤ ਹਿਲਾ ਦਿੱਤਾ ਬਦ ਸ਼ਹੀਦਾਂ ਦਾ ਖੱਤ ਹਿਲਾ ਦਿੱਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰੂ ਜੀਆਂ ਨੇ ਹੁਣ ਜੋਸ਼ੀਲੀਆਂ ਤਕਰੀਰਾਂ ਤੇਜ ਕੀਤੀਆਂ। ਸਤਿਗੁਰੂ ਕਹਿੰਦੇ ਹੁਣ ਗੁਰੂ ਘਰ ਮਾਇਆ ਦੀ ਜਗ੍ਹਾ ਵਧੀਆ ਵਧੀਆ ਹਥਿਆਰ ਲੈ ਕੇ ਆਵੋ, ਵਧੀਆ ਵਧੀਆ ਘੋੜੇ ਲੈ ਕੇ ਆਵੋ ਤੇ ਸੁੰਦਰ ਜਵਾਨੀਆਂ ਲੇਖੇ ਵਿੱਚ ਲਾਉਣ ਵਾਸਤੇ ਆ ਜਾਵੋ। ਹੁਣ ਕੋਈ ਘੋੜੇ ਲੈ ਕੇ ਹਾਜ਼ਰ ਹੋ ਰਿਹਾ, ਕੋਈ ਸ਼ਸਤਰ ਲੈ ਕੇ ਹਾਜ਼ਰ ਹੋ ਰਿਹਾ ਤੇ ਕੁਝ ਜ਼ਿੰਦਗੀ ਲੇਖੇ ਵਿੱਚ ਲਾਉਣ ਵਾਸਤੇ ਆ ਗਏ। ਸਤਿਗੁਰੂ ਆ ਸਰੀਰ ਤੁਹਾਡਾ ਹੀ ਹੈ, ਜਿੱਥੇ ਮਰਜ਼ੀ ਅਜਮਾ ਲਿਓ, 6 ਮਹੀਨਿਆਂ ਬਾਅਦ ਇੱਕ ਚੋਲਾ ਜ਼ਰੂਰ ਦੇ ਦਿਓ, ਪ੍ਰਸ਼ਾਦੇ ਅਸੀਂ ਗੁਰੂ ਨਾਨਕ ਦੇ ਲੰਗਰਾਂ ਚੋਂ ਛਕ ਲੈਣੇ, ਹੋਰ ਸਾਨੂੰ ਕੀ ਚਾਹੀਦਾ। ਹੁਣ ਜਿੱਥੇ ਸਤਿਗੁਰੂ ਪਿਤਾ ਜੀ ਸ਼ਸਤਰਧਾਰੀ ਫੌਜਾਂ ਨੂੰ ਸਾਜਦੇ, ਇੱਥੇ ਲਤੀਫ ਅੰਗਰੇਜ਼ੀ ਦਾ ਵਿਦਵਾਨ ਹੋਇਆ, ਆਂਦਾ ਦਾ ਡੈਥ ਆਫ ਗੁਰੂ ਅਰਜਨ ਦੇਵ ਜੀ ਇਜ਼ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਦਾ ਸਿੱਖਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਸ਼ਹਾਦਤ ਤੋਂ ਬਾਅਦ ਮੇਰੀ ਸਿੱਖ ਕੌਮ ਦੇ ਅੰਦਰ ਇੱਕ ਨਵਾਂ ਮੋੜ ਆਉਂਦਾ ਹੈ। ਉਹ ਨਵਾਂ ਮੋੜ ਹੁਣ ਹੈ ਕਿ ਜਿੱਥੇ ਫੌਜਾਂ ਨੂੰ ਸਾਜਿਆ, ਉੱਥੇ ਜੋਸ਼ ਭਰਨ ਦੇ ਵਾਸਤੇ ਰੁਲਦੀ ਢਾਡੀ ਕਲਾ ਨੂੰ ਸਟੇਜਾਂ ਦਾ ਸ਼ਿੰਗਾਰ ਬਣਾ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਸਮੇਂ ਤੋਂ ਪਹਿਲਾਂ ਵੀ ਢਾਡੀ ਸੀ, ਪਰ ਢਾਡੀ ਸਟੇਜਾਂ ਤੇ ਖਲੋ ਕੇ ਮਰਦਾਂ ਦੀਆਂ ਵਾਰਾਂ ਨਹੀਂ ਸੀ ਗਾਉਂਦੀ। ਹੁਣ ਬਹੁਤੇ ਜਦੋਂ ਢਾਡੀਆਂ ਦੇ ਕੋਲੋਂ ਉੱਚੇ ਸੁਰ ਦੇ ਵਿੱਚ ਵਾਰਾਂ ਸੁਣਦੇ ਆ ਤੇ ਬਹੁਤਿਆਂ ਦੇ ਬਲੱਡ ਪ੍ਰੈਸ਼ਰ ਵੱਧ ਜਾਂਦੇ ਆ ਕਿ ਪਤਾ ਨਹੀਂ ਕੀ ਹੋ ਗਿਆ, ਇਹ ਆਵਾਜ਼ ਇੰਨੀ ਕਿੱਥੋਂ ਆ ਗਈ, ਕਿਉਂਕਿ ਅਸੀਂ ਜੋ ਸ਼ੀਲਾ ਪ੍ਰਸੰਗ ਸੁਣਨਾ ਗਿੱਝੇ ਹੀ ਨਹੀਂ। ਬੜਿਆਂ ਨੂੰ ਤਕਲੀਫ ਹੁੰਦੀ ਹੈ, ਪਰ ਧਿਆਨ ਦਿਓ, ਆਸਾ ਦੀ ਵਾਰ ਦੀ ਬਾਣੀ ਜਿਹੜੇ ਪੜ੍ਹਦੇ ਆ ਜਾਂ ਸੁਣਦੇ ਆ ਉਹ ਫਿਰ ਸਮਝਦੇ ਹੋਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਆ ਜੋਧਿਆਂ ਦੀਆਂ ਵਾਰਾਂ ਨੀਵੀਆਂ ਸੁਰਾਂ ਦੇ ਵਿੱਚ ਥੋੜੇ ਨਾ ਚੰਗੀਆਂ ਲੱਗਦੀਆਂ। ਸਤਿਗੁਰੂ ਕਹਿੰਦੇ ਜਿਨ੍ਹਾਂ ਦੀਆਂ ਨਾੜਾਂ 'ਚ ਲਹੂ ਜੰਮਿਆ ਨਾ, ਇਹ ਢਾਡੀ ਹੀ ਪਿਘਲਾਉਣਗੇ। ਹੁਣ ਪਹਿਲੇ ਢਾਡੀ ਹੋਏ ਕੌਣ, ਇਹ ਵੀ ਬੜੇ ਘੱਟ ਜਾਣਦੇ ਹੋਣਗੇ, ਕਿਉਂਕਿ ਅੱਜ ਦੀ ਨੌਜਵਾਨੀ ਨੂੰ ਵੇਖ ਲਈਏ, ਹਕੀਕਤ ਹੈ ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਅੱਜ ਦੀ ਨੌਜਵਾਨੀ ਇਤਿਹਾਸ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਅਸੀਂ ਵੇਖਦੇ ਹਾਂ ਆ 550 ਸਾਲਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ। ਨੌਜਵਾਨ ਵੀ ਗਏ, ਬੱਚੇ ਵੀ ਗਏ। ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਾਣਦੇ ਹੋ ਇੱਥੇ ਬਾਬੇ ਨਾਨਕ ਨੇ ਕੀ ਚੋਦ ਕੀਤੇ ਆ? ਫਿਰ ਅੱਗੋਂ ਕੀ ਹੋਣਾ ਸੀ, ਨਾ ਬੱਚਿਆਂ ਨੂੰ ਪਤਾ ਤੇ ਨਾ ਬਜ਼ੁਰਗਾਂ ਨੂੰ ਪਤਾ, ਕਿਉਂਕਿ ਇਤਿਹਾਸ ਨੂੰ ਕਦੇ ਪੜ੍ਹ ਕੇ ਵੇਖਿਆ ਨਹੀਂ। ਇੱਕ ਗੱਲ ਦਾ ਬਹੁਤ ਦੁੱਖ ਲੱਗਦਾ ਹੈ, ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਸਾਡੇ ਸਾਹਮਣੇ ਹੋਣ ਤੇ ਬਹੁਤੇ ਕੁਰਸੀਆਂ ਤੇ ਚੜ੍ਹ ਕੇ ਬੈਠੇ ਹੁੰਦੇ ਆ ਕਿ ਅਸੀਂ ਬਾਕੀਆਂ ਨਾਲੋਂ ਸਪੈਸ਼ਲ ਆ। ਇਹ ਸਤਿਗੁਰੂ ਜੀਆਂ ਤੋਂ ਉੱਚੀਆਂ ਕੁਰਸੀਆਂ ਲਾ ਕੇ ਬੈਠੋਗੇ ਨਾ, ਪਰ ਇੱਥੇ ਨੀਵੇਂ ਹੋ ਕੇ ਜੇ ਆਓਗੇ ਤਾਂ ਹੀ ਕੁਝ ਮਿਲਣਾ। ਉੱਚੇ ਹੋ ਕੇ ਕਿਸੇ ਨੂੰ ਕੁਝ ਮਿਲਿਆ ਨਹੀਂ। ਇੱਥੇ ਜਿਹੜਾ ਉੱਚਾ ਹੋ ਕੇ ਆਇਆ ਉਹਨੂੰ ਇੱਕ ਨਾ ਇੱਕ ਦਿਨ ਮਾਰ ਬਈ ਬਿਲਕੁਲ ਪਈ ਹੈ, क्योंकि खुदा मंजूर करता है दुआ जब दिल से होती है। मुश्किल तो ये है क्योंकि ये मुश्किल से होती है। मैं कहनी है चंगे भले तुरन फिरन वाले कुर्सियां ते चढ़ के बह जाते टौर नाल, इत्थे बापू दे विआह ते नहीं आए, इत्थे सतगुरु पातशाह जियां दी गोद विच आए हैं, जिथे आके राजे महाराजे भी आके झुकदे हैं। इत्थे जे कोई ये कहे मैं उच्चा ते तू नीचा, मैं अमीर तू गरीब, मैं फलानी जाति दा तू छोटी जाति दा, पर ए मेरा सतगुरु की कहंदा जात का गर्व ना कर मूर्ख गवारा। जेड़े जाता पातां दे विच भी उलझे होए ना जे तिकर सतगुरु जी उन्हां लोगां नूं मूर्ख ते गवार कहंदे आ। हुण पहले ढाडी होए ने बाबा नाथमल जी ते बाबा अब्दुल्ला जी। नगर किहड़ा होया? आ सुर सिंह दी धरती। उथों लैण वास्ते धन गुरु हरगोबिंद साहब जी महाराज ने बाबा बिधि चंद साहब जी नूं भेजिया, बिधि चंदा मेरे घर दे ढाडियां नूं हाथी ते चढ़ा के मेरे दरबार अंदर लेके आई।
ਇਤਿਹਾਸਕਾਰ ਕਹਿੰਦੇ ਕਿ ਉਹਨਾਂ ਸਮਿਆਂ ਦੇ ਵਿੱਚ ਹਾਥੀ ਤੇ ਰਾਜੇ ਮਹਾਰਾਜੇ ਸੈਰ ਕਰਿਆ ਕਰਦੇ ਸੀ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਘਰ ਦੇ ਢਾਡੀਆਂ ਨੂੰ ਹਾਥੀ ਤੇ ਚੜਾ ਕੇ ਆਪਣੇ ਦਰਬਾਰ ਦੇ ਅੰਦਰ ਬੁਲਾਇਆ। ਜਦੋਂ ਆ ਕੇ ਬਾਬਾ ਨੱਥਮਲ ਜੀ ਤੇ ਬਾਬਾ ਅਬਦੁੱਲਾ ਜੀ ਸਾਜ਼ ਸੁਰ ਕਰਦੇ ਹਨ, ਸਤਿਗੁਰੂ ਕਹਿੰਦੇ ਇੱਥੇ ਉੱਚੀਆਂ ਸੁਰਾਂ ਲਾਇਓ, ਇੱਥੇ ਡਰਦੇ ਡਰਦੇ ਸਾਜ਼ ਨਾ ਸੁਰ ਕਰਿਓ। ਜਿੱਥੇ ਮੇਰੇ ਪਾਤਸ਼ਾਹ ਜੀ ਸ਼ਸਤਰਧਾਰੀ ਸੀ ਉੱਥੇ ਵੀਣਾ ਵਜਾ ਕੇ ਕੀਰਤਨ ਵੀ ਕਰਦੇ ਸੀ। ਸਾਡੇ ਸਾਰੇ ਗੁਰੂ ਸਾਹਿਬਾਨਾਂ ਨੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕੀਤਾ ਹੈ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਐ ਕਿ ਰਹਿੰਦੀ ਦੁਨੀਆ ਤੱਕ ਢਾਡੀ ਸਟੇਜਾਂ ਤੇ ਮਰਦਾਂ ਦੀਆਂ ਵਾਰਾਂ ਗਾਇਆ ਕਰਨਗੇ ਖਲੋ ਕਰਕੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਐ ਜਿਨ੍ਹਾਂ ਦੀਆਂ ਨਾੜਾਂ 'ਚ ਲਹੂ ਜੰਮਿਆ ਨਾ, ਇਹ ਢਾਡੀ ਜਦੋਂ ਉੱਚੀਆਂ ਸੁਰਾਂ ਦੇ ਵਿੱਚ ਵਾਰਾਂ ਗਾਇਆ ਕਰਨਗੇ, ਹੇਕਾਂ ਲਾਇਆ ਕਰਨਗੇ, ਉਹਨਾਂ ਦੀਆਂ ਨਾੜਾਂ ਦੇ ਵਿੱਚੋਂ ਵੀ ਲਹੂ ਪਿਘਲਿਆ ਕਰੇਗਾ। ਹੁਣ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡੇ ਖੜਕਾਏ। ਬਾਬੇ ਬੁੱਢੇ ਨੇ ਵਰ ਦਿੱਤਾ ਸੀ ਨਾ, ਇਹੋ ਜਿਹਾ ਮਾਂ ਬਲੀ ਬਲਕਾਰੀ ਪੈਦਾ ਹੋਵੇਗਾ ਗੰਗਾ ਜੀ, ਦੁਸ਼ਮਣ ਦੇ ਸਿਰ ਗੰਢੇ ਦੇ ਵਾਂਗੂ ਭੰਨਿਆ ਕਰੇਗਾ। 4 ਜੰਗ ਲੜਦੇ ਮੇਰੇ ਸਤਿਗੁਰੂ ਜੀ ਜੀਵਨ ਕਾਲ ਦੇ ਅੰਦਰ, 4 ਜੰਗਾਂ ਦੇ ਵਿੱਚ ਹੀ ਫਤਿਹ ਪ੍ਰਾਪਤ ਕੀਤੀ। ਜਿਹੜਾ ਵੀ ਸਤਿਗੁਰੂ ਜੀ ਵੱਲ ਚੜ ਕੇ ਆਇਆ, ਮਹਾਰਾਜ ਨੇ ਸੱਚਮੁੱਚ ਹੀ ਦੁਸ਼ਟਾਂ ਦੇ ਸਿਰ ਗੰਢੇ ਦੇ ਵਾਂਗੂ ਭੰਨ ਕੇ ਭੇਜਿਆ। ਤੇ ਓਡੇ ਵੱਡੇ ਸਤਿਗੁਰੂ ਪਾਤਸ਼ਾਹ ਜੀ ਜਿੱਡੇ ਵੱਡੇ ਯੋਧੇ ਨੇ, ਓਡੇ ਵੱਡੇ ਪਰਉਪਕਾਰੀ ਵੀ ਨੇ। ਬਾਬਾ ਬਿਧੀ ਚੰਦ ਸਾਹਿਬ ਵਰਗੇ ਪਿਆਰਿਆਂ ਨੂੰ ਗੁਰੂ ਦਾ ਰੁਤਬਾ ਦਿੱਤਾ, ਆਪਣਾ ਹੀ ਰੂਪ ਦੇ ਕੇ ਨਵਾਜਿਆ। ਆਂਦੇ ਜਿਹੜੇ ਮੇਰੇ ਤੇ ਮੇਰੇ ਪਿਆਰੇ ਸਿੱਖ ਬਿਧੀ ਚੰਦ ਸਾਹਿਬ ਦੇ ਵਿੱਚ ਫਰਕ ਸਮਝੂ, ਗੁਰੂ ਨਾਨਕ ਦਾ ਸਿੱਖ ਨਹੀਂ ਕਹਾਏਗਾ। ਹੁਣ ਉਹੀ ਜੋਤ 10ਵੇਂ ਜਾਮੇ ਦੇ ਵਿੱਚ ਆਉਂਦੀ ਹੈ। ਇਹ ਮੈਂ ਜ਼ਿਕਰ ਤਾਂ ਕਰ ਰਹੀ ਹਾਂ ਕਿਉਂਕਿ ਅੱਜ ਦੇ ਹਾਲਾਤ ਕੁਝ ਇਹੋ ਜਿਹੇ ਨੇ, ਬੇਅਮਰਤੀਆਂ ਦੇ ਕੋਲ ਬਹਾਨਾ ਬਹੁਤ ਤਕੜਾ। ਅਸੀਂ ਤਾਂ ਗੁਰੂ ਨਾਨਕ ਦੇ ਸਿੱਖਾਂ, ਗੁਰੂ ਨਾਨਕ ਨੇ ਕਿਹੜਾ ਅੰਮ੍ਰਿਤ ਛਕਿਆ ਸੀ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਜੋਤ 10 ਜਾਮਿਆਂ ਵਿੱਚੋਂ ਵਿਚਰਦੀ ਆਦ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਰੂਪ ਦੇ ਵਿੱਚ ਪ੍ਰਗਟ ਹੋਈ ਹੈ। ਪਰ ਇਸ ਕਲਯੁਗ ਦੇ ਝੂਠੇ ਰਾਜੇ ਕਿਸੇ ਦੇ ਕੋਲੋਂ ਵੀ ਸੱਚ ਨਹੀਂ ਸੀ ਸੁਣਦੇ। ਉਹਨਾਂ ਸੱਚ ਨੂੰ ਦਬਾਉਣ ਦੀ ਪੂਰੀ ਵਾਹ ਲਾਈ, ਪਰ ਮੇਰੇ ਸਾਹਿਬ ਨੇ ਸਾਨੂੰ ਸੱਚ ਤੇ ਸਹੀ ਨੂੰ ਪਾਉਣ ਵਾਸਤੇ ਪੂਰਨੇ ਪਾ ਦਿੱਤੇ ਕਿ ਸੱਚ ਤੋਂ ਕੁਰਬਾਨ ਕਿਸ ਤਰ੍ਹਾਂ ਹੋਣਾ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰੂ ਜਿੱਥੇ ਖੰਡੇ ਖੜਕਾਉਂਦੇ ਆ, ਉਹੀ ਜੋਤ 10ਵੇਂ ਜਾਮੇ ਵਿੱਚ ਆਈ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਹੱਥ ਦੇ ਵਿੱਚ ਵੀ ਤੇਗ ਫੜਾ ਦਿੱਤੀ। ਜਿਹੜੇ ਕਦੇ ਕਹਿੰਦੇ ਸੀ ਕਾਮ ਹਮਾਰਾ ਤੋਲੂ ਤਕੜੀ, ਕੀ ਆਂਦੇ ਸੀ? ਕਾਮ ਹਮਾਰਾ ਤੋਲੂ ਤਕੜੀ, नंगी कर्द कभी ना पकड़ी, चिड़ी उड़े डर से मर जाऊं दुश्मन से कैसे लड़ पाऊं। फिर मेरा 10वां गुरु नानक अकाल मूंगे ते खलो के कहंदा आओ उरा अठा थां ते गर्दनां नूं झुकावण वालिया, अज मैं तेरी अणख नूं मगरूर हुंदा वेखना है। पाके तेरे निर्मल डोलियां विच हिम्मत दी कणी, मैं तेरे हथों देश दा दुख दूर हुंदा वेखना है। बाल के ज्योति हनेरे विच दया ਅਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। ਸਜਣਾ ਆ ਚਾੜਨਾ ਨਹੀਂ ਤੈਨੂੰ ਮਨਸੂਰ ਦੀ ਸੂਲੀ ਤੇ, ਜੇਕਰ ਚੜ ਜਾਏਗਾ ਮਰੀ ਧਾਰ ਤੇ ਸਰਦਾਰ ਬਣ ਜਾਏਗਾ ਤੂੰ। ਕਿਹੋ ਜੀਆਂ ਸਰਦਾਰੀਆਂ ਦਿੱਤੀਆਂ ਇਨ ਗਰੀਬ ਸਿੱਖਾਂ को ਦਊ मैं पातशाही, और ये याद करे हमारी गुरियाई, इन्हीं को सरदार बनाऊं, चिड़ियों से मैं बाज दौड़ाऊं, सवा लाख से एक लड़ाऊं, तबे गोबिंद सिंह नाम कहाऊं। ਹੁਣ ਤੱਕੋ ਜਦੋਂ ਕਲਗੀਆਂ ਵਾਲਾ ਖਾਲਸਾ ਸੱਜਦਾ ਹੈ, ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ। ਫਿਰ ਮੇਰੇ ਸਾਹਿਬ ਨੇ ਆਪ ਗਲ ਦੇ ਵਿੱਚ ਪੱਲਾ ਪਾ ਕੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ। ਤੇ ਭਾਈ ਦਇਆ ਸਿੰਘ ਜੀ ਕਹਿੰਦੇ ਕਲਗੀਆਂ ਵਾਲਿਆ, ਇਸ ਅੰਮ੍ਰਿਤ ਦੇ ਬਦਲੇ ਅਸੀਂ ਪੰਜਾਂ ਨੇ ਆਪਣੇ ਸੀਸ ਭੇਟ ਕੀਤੇ ਆ, ਤੇ ਗੋਬਿੰਦ ਸਿੰਘ ਇਸ ਅੰਮ੍ਰਿਤ ਦੇ ਬਦਲੇ ਕੀ ਭੇਟ ਕਰੇਗਾ। मेरा कलगियां वाला हाथ जोड़ के आखना की करता है, दया सिंघा जिथे समा अण ते पिता वारिया, एक गोबिंद सिंह इस अमृत दे बदले अपना सारा सरबंस ही कुर्बान कर देगा। ये अटल सच्चाई है। पिता वार दिता, मां वार दी, 4 दुलारे भी कोल नहीं रखे। आप बैठे हो पुत्रा वाले, है कोई दुनिया ते ओहो जिहा पुत्रा वाला बाप ਜਿਹੜਾ ਆਪਣੇ ਪੁੱਤਰ ਦਾ ਸਿਰ ਗੋਦ ਵਿੱਚ ਰੱਖ ਕੇ ਇਹ ਲੋਰੀਆਂ ਦੇਵੇ ਕਿ ਸੋਹਣਿਓ ਆ ਹੁਣ ਸਾਡੀ ਸਿੱਧੀ ਜੰਗ ਸੈਂਟਰ ਸਰਕਾਰ ਦੇ ਨਾਲ ਲੱਗੀ ਹੋਈ ਹੈ, ਕੱਲ ਨੂੰ ਤੂੰ ਸ਼ਹੀਦ ਹੋਣਾ ਤੇ ਮੈਂ ਤੇਰੀ ਸ਼ਹਾਦਤ ਤੇ ਜਕਾਰੇ ਛੱਡਾਂਗਾ। ਨਹੀਂ, ਉਹ ਮੇਰਾ ਕਲਗੀਆਂ ਵਾਲਾ ਹੈ ਜਿਹੜਾ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਲਾਲਾਂ ਦੇ ਸਿਰ ਗੋਦ ਵਿੱਚ ਰੱਖ ਕੇ ਆਖੀਰੀ ਰਾਤ ਜਦੋਂ ਪੁੱਤਰਾਂ ਦੇ ਮੁਖ ਤੱਕੇ, ਮੇਰਾ ਸਾਹਿਬ ਕਹਿੰਦਾ ਵਾਹ ਖੁਦਾ ਕਲ 4 ਥੇ ਅਬ 2 ਹੈ,
कल को जे भी ना होंगे मैं शुक्र करूंगा, कल को जाऊंगा जहां से सुरखरू होके तेरे दर तेरी अमानत अदा करूंगा। ऐ खुदा फिर भी तेरा शुक्र करूंगा, शुक्र करूंगा। ओ मेरा कलगियां वाला जेड़ा कहंदा पंथ वसे मैं उजड़ा मन चाओ कनेरा। अज दा समा क्यों जिहा मेरे वर्गियां दे कोल पहरावा रह गया, पर सतगुरु दी बाणी नू पढ़ो। बाणी बाणा पंख पछाणो, सिंह गुरु का पंछी जानो। हुण महाराज ने जिथे बाणा बख्शिया उथे नाल बाणी भी बख्शी है, पर ध्यान दिओ इबादत तो बिना कदे शहादत प्राप्त नहीं होंदी। इबादत कर, इबादत करन दे नाल गल बनदी है, किसे दी अज बनदी है ते किसे दी कल बनदी है, गल बनदी है। भगती दे विचों ही शक्ति पैदा होंदी है। ओ मेरा कलगियां वाला सतगुरु जेड़ा साडियां खुशियां खातर कोल मां नूं भी नहीं रखदा। मां दी उम्र भावें 80 साल दी क्यों ना होवे, जे पुੱਤ दी उम्र 55-60 साल दी है, जदों मां दी अर्थी नूं मोढा दिंदा ते पुੱਤ ਦੀਆਂ ਤਾਹਾਂ निकल ਜਾਂਦੀਆਂ। पर तन जिगरा मेरे कलगीधर पातशाह महाराज जी दा, मेरे सतगुरु गुरु गोबिंद सिंह जी महाराज जी दे ख्यालां नूं कवि ने कलम बंद कीता कि माता मेरी नहीं मैनू माफ करी, तेरा लाल नहीं फर्ज निभा सकिया। अंतम समय जद बेबान उठिया सी मां, ए गोबिंद तेरी अर्थी नूं मोढा ना ला सकिया। कदमां विच खलो के अमड़ी दे, कदमां विच खलो के अमड़ी दे, चरण धूड़ नहीं मथे नूं ला सकिया। विच मुश्किलां कर गया नूर तेरा, मां गोबिंद तेरी चिखा नो चंडा ना ला सकिया। एवें थोड़े ना कवि ने क्या कि मां गुजरी नहीं तेरे चन वर्गा चन होर कोई नहीं हो सकदा। पीड़ पुतां दी विच जिगरे कोई विरला ही लको सकदा। मां गुजरी नहीं तेरे चन वर्गा चन होर कोई नहीं हो सकदा। आंदे ऐ सीस पिता दा झोली अड पवा लेना, माछी वाड़े दे विच मित्र प्यारा गा लेना। जो भी पी ले 2 घुट अमृत आ दुनिया विच नहीं खो सकदा। मां गुजरी नहीं तेरे चन वर्गा चन होर कोई नहीं हो सकदा। नीहा दे विच खून डोल के पुत्तां दा, की कहंदा है कवि, आंदा नीहा दे विच खून डोल के पुत्तां दा, आ विच खाल से रंग भर दिता कई रुतां दा। ऐसा बीज बीज गया शायर होर कोई नहीं हो सकदा। मां गुजरी नहीं तेरे चन वर्गा चन होर कोई नहीं हो सकदा। अमृत दे के गिदड़ो शेर बना दिता। हुण कवि तां कहंदा अमृत दे के गिदड़ो शेर बना दिता है, पर बहुते सरदारां दे घर जम्मिया ने अज अपने दाड़ियां नूं कैंचे लवाउणे शुरू कर दिते, नाइयां दीयां दुकानां ते जाके अपने केसां नूं कटवाउणा शुरू कर दिता। एक गल नाल ही मेरियां मातावां भैणां याद रखण, बहुते जिहड़े साइंस नूं मनण वाले हैं ना, हुण तां साइंस वालियां भी कह दिता जेड़ी मेरी भैण जेड़ी मेरी मां अपने भरवटे मुनदी है ना, आउण वाले समय जिहड़ी घर दे अंदर 7वीं पीढ़ी विच औलाद होवेगी अखां तो अन्नी होवेगी, क्योंकि केस है ना जिहड़े ये गुरु दी मोहर है। सतगुरु कहंदे ने सेई सुंदर सोहणे साध संगत जिन बहने। हुण असी जे वेखीए मुन्निया किन्हां नूं जांदा है, जानदे है ना, बहुत थोड़े जे कौड़े लगणगे, पर ये खसम कहंदा है कि बिना तेग के संग ना पेड़ जानो। शस्त्रां तो बिना ते केसां तो बिना जेड़ा वो भेड़ दे समान समझिया जांदा है। हकीकत है ना, क्योंकि मुन्निया भेड़ां ते बकरियां नूं जांदा, सच ते कज चुभदा बहुत है। पर सतगुरु जी साडे ते किनियां बख्शिशां करदे ने महाराज, ते इत्थों तक सानू हुक्म दिंदे है, जब हमरे दर्शन को अब हो बन सचेत तन शस्त्र सजाव हो। जिन्हां नूं गिदड़ा तो शेर बनाया ते अज ओ आप नाइयां दीयां दुकानां ते जाके बैठे। ये हकीकत है, जेड़े दाड़ियां नूं कैंची लवाउंदे ना, नाले ते मुन्नन वाला मुन्नी जांदा, नाले मूंह ते चपेड़े भी मारी जांदा ते पैसे भी लई जांदा। सच्चाई है ना। ओ कलगीधर पातशाह महाराज ने तक क्या सी, पंथ वसे मैं उजड़ा मन चाओ कनेरा। कलगीधर पातशाह ने 4 वारे नेत्रां चों एक अथरू नहीं डिग्या। अज मैनूं लगदा कलगियां वाले दे नेत्रां चों अथरू जरूर डिगदे होणगे, जदों बहुतियां नूं नाइयां दीयां दुकानां ते मेरियां भैणां नूं ब्यूटी पार्लरां गाड़ी बैठिਆਂ ਨੂੰ ਵੇਖਦੇ ਹੋਣਗੇ।
ਕਿ ਇਹਨਾਂ ਦੀ ਖਾਤਰ 4 ਵਾਰ ਦਿੱਤੇ। ਆ ਧਿਆਨ ਦਿਓ, ਜੇ ਪੋਹ ਦੀਆਂ ਠੰਡੀਆਂ ਬਰਫੀਲੀਆਂ ਰਾਤਾਂ ਦੇ ਵਿੱਚੋਂ ਦੀ ਮੇਰਾ ਕਲਗੀਆਂ ਵਾਲਾ ਸਰਸਾ ਨੂੰ ਨਾ ਠਲਦਾ, ਜੇ ਚਮਕੌਰ ਦੇ ਮੈਦਾਨ ਅੰਦਰ ਅੱਖਾਂ ਦੇ ਸਾਹਮਣੇ ਪੁੱਤਰਾਂ ਦੀ ਸ਼ਹੀਦੀ ਨੂੰ ਨਾ ਤੱਕਦਾ, ਛੋਟੇ ਸਰਹੱਦ ਦੀਆਂ ਨੀਹਾਂ ਵਿੱਚ ਨਾ ਚੜਵਾਉਂਦੇ, ਭੂਆ ਦੇ ਪੁੱਤ ਆਪਣੇ ਮਾਮੇ ਜਾਨੋ ਪਿਆਰੇ ਸਿੰਘ ਆਪਣੀ ਮਾਤਾ ਨਾ ਵੜਦੇ, ਤਾਂ ਕੀ ਇਹ ਸਾਰੇ ਸੁੱਖ ਅਸੀਂ ਭੋਗ ਸਕਦੇ ਸੀ? ਬਿਲਕੁਲ ਨਹੀਂ। याद करिए दशमेश पिता दे कीते परोपकारां नूं, ना कहूं अब की ना कहूं तब की, बात कहूं मैं जब की। अगर ना होते गुरु गोबिंद सिंह तो सुन्नत होती सब की। आ दिलों आवाज निकलती है कि कूंजा वांग कुरला के अज लोकी एवें नहीं दशमेश नूं याद कर दे। ओ त्यार वेले यही आखदे सी, मेरे मालका पूरी फरियाद कर दे। मेरा पिता ले लो, मेरे पुत भी ले लो, मेरा वसदा घर बर्बाद कर दे, चुनदे नौहां दे नाल परिवार मेरा ऐ पर खालसा पंथ आबाद कर दे। आबाद कर दे। पर माफी दियो, सिख अखवाउणा सौखा पर बनना बड़ा औखा। सिखी वालों निकी ते खंडियो तिखी दे। सच्चाई है ना। हण बहुते अपने आप नूं सिख कहाउण वाले मंदिरां च भी टल खड़काउंदे फिरदे है, कबरां ते जाके भी दीवे जगाउंदे फिरदे है, पखंडी बाबियां दे कोलों धागे तवीता करके भी लई जांदे आ। ओ पखंडी ओहो जिहा जिहड़े अपने ही छप्पड़ां चों बनाए होए आ प्यारिओ संगत नूं पानी जल कह के छकाई जांदे आ। हुण इत्थे बहुते ਇਹ ਨਾ ਸੋਚਣ ਕਿ ਬੀਬੀ ਕਿਤੇ ਸਰੋਵਰਾਂ ਤੇ ਸ਼ੰਕਾ ਕਰੀ ਹੈ। ਅਸੀਂ ਇੰਨੀ ਔਕਾਤ ਦੇ ਮਾਲਕ ਨਹੀਂ ਕਿ ਅਸੀਂ ਆਪਣੇ ਬਾਪੂ ਦੇ ਘਰ ਬਾਪੂ ਦੇ ਸਰੋਵਰਾਂ ਤੇ ਕਿੰਤੂ ਕਰੀਏ। ਇਹ ਉਹਨਾਂ ਪਖੰਡੀਆਂ ਦੀ ਗੱਲ ਕੀਤੀ ਹੈ ਜਿਹੜੇ ਛੱਪੜਾਂ ਦਾ ਪਾਣੀ ਸੰਗਤਾਂ ਨੂੰ ਪਿਲਾਉਂਦੇ ਆ, ਜਿਹੜੇ ਧਾਗੇ ਤਵੀਤਾ ਕਰ ਕਰਕੇ ਦਿੰਦੇ ਆ, ਜਿਹੜੇ ਸਵਾਹ ਦੀਆਂ ਪੁੜੀਆਂ ਬਣਾ ਬਣਾ ਕੇ ਦਿੰਦੇ ਆ ਕਿ ਬੀਬਾ ਜੇ ਘਰ ਦੇ ਵਿੱਚ ਔਲਾਦ ਨਹੀਂ ਹੁੰਦੀ ਤੇ ਸਵਾਹ ਦੀ ਪੁੜੀ ਖਾ ਲੈ। ਅੱਜ ਸਾਨੂੰ ਆਪਣੇ ਨੌ ਪੁੱਤ ਤੇ ਵੀ ਯਕੀਨ ਨਹੀਂ ਰਿਹਾ ਜਿੰਨਾ ਪਖੰਡੀਆਂ ਤੇ ਰਹਿ ਗਿਆ। ਹੁਣ ਕਵੀ ਨੇ ਆਪਣੀ ਕਲਮ ਦੇ ਨਾਲ ਮੂੰਹ ਤੇ ਚਪੇੜ ਬੜੀ ਕਰਾਰੀ ਮਾਰੀ ਹੈ, ਕਿਉਂਕਿ ਬਾਣੀ ਕਹਿੰਦੀ ਨਾ ਕੂੜ ਨ ਖੁੱਟੇ ਨਾਨਕਾ ਓੜਕ ਸੱਚ ਰਹੀ। ਜਿੱਤ ਨਾ ਜਿਹੜੀ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ। ਆਂਦਾ ਅਸੀਂ ਸਤੀਆਂ ਨੂੰ ਵੀ ਮੰਨਦੇ ਆ, ਧਿਆਨ ਨਾਲ ਸੁਣ ਲਿਓ। ਆਂਦਾ ਅਸੀਂ ਸਤੀਆਂ ਨੂੰ ਵੀ ਮੰਨਦੇ, ਅਸੀਂ ਸੇਖ ਫਤਿਆਂ ਨੂੰ ਵੀ ਮੰਨਦੇ ਹਾਂ, ਅਸੀਂ ਟੇਕੀਏ ਮੱਥਾ ਮੜੀਆਂ ਨੂੰ ਤੇ ਸ਼ਰਾਧਾਂ ਨੂੰ ਵੀ ਮੰਨਦੇ ਹਾਂ। 2 ਦਿਨ ਹੋਏ ਸ਼ਰਾਧ ਲੰਗਿਆਂ ਨੂੰ, ਬਹੁਤਿਆਂ ਖਾਦੇ ਵੀ ਹੋਣੇ ਤੇ ਖਵਾਏ ਵੀ ਹੋਣੇ ਆ। ਪਰ ਹੁਣ ਧਿਆਨ ਦਿਓ, ਆਂਦਾ ਅਸੀਂ ਸਤੀਆਂ ਨੂੰ ਵੀ ਮੰਨਦੇ, ਅਸੀਂ ਸੇਖ ਫਤਿਆਂ ਨੂੰ ਵੀ ਮੰਨਦੇ ਹਾਂ। ਹੁਣ ਸੇਖ ਫਤਿਹ ਨੂੰ ਕਿਵੇਂ ਮੰਨਦੇ ਆ? ਬਹੁਤਿਆਂ ਨੇ ਦੁੱਧ ਤੇ ਪੁੱਤ ਇਸ ਘਰੋਂ ਮੰਗ ਜਾਣਾ, ਜਦੋਂ ਦੁੱਧ ਮਿਲ ਜਾਣਾ ਖੀਰ ਤਿਆਰ ਕਰਾ ਕੇ ਸੇਖ ਫਤਿਹ ਦੇ ਮੂੰਹ 'ਚ ਬਾੜੀ ਜਾਣੀ ਹੈ। ਅਸੀਂ ਟੇਕੀਏ ਮੱਥਾ ਮੜੀਆਂ ਨੂੰ ਤੇ ਸ਼ਰਾਧਾਂ ਨੂੰ ਵੀ ਮੰਨਦੇ ਹਾਂ। ਘਰ ਦੀ ਸੁੱਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਏ। ਕੀ ਕਹਿੰਦਾ? ਘਰ ਦੀ ਸੁੱਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਏ। ਆ ਵੇਖਦੇ ਆ ਨਾ, ਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਬੇੜਾ ਗਰਕ ਪੰਜਾਬ ਦਾ ਕੀਤਾ, ਆ ਸੁਖਬੀਰ ਬਾਦਲ ਨੂੰ ਵੇਖ ਲਈਏ। ਕਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੈਠਾ ਹੁੰਦਾ ਤੇ ਘਰ ਦੇ ਵਿੱਚ ਕਦੇ ਹਵਨ ਦੇ ਵਿੱਚ ਘਿਓ ਸੁੱਟਣ ਲੱਗਿਆ ਹੁੰਦਾ। ਹਕੀਕਤ ਹੈ ਕਿ ਤੜਕੇ ਹੀ ਹਵਨ ਕਰਾਇਆ ਏ। ਤੇ ਨਾਨਕ ਜੀ ਤੇਰੇ ਸਿੱਖਾਂ ਨੇ ਅੱਜ ਸਿੱਖੀ ਨਾਲ ਦਗਾ ਕਮਾਇਆ ਏ। ਅੱਜ ਵੇਖਦੇ ਆ, ਯਾਦ ਹੁੰਦੀ ਹੈ ਉਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ। ਕੋਈ ਸਮਾਂ ਸੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੇ ਅੰਦਰ ਸਰਕਾਰ ਦੇ ਅੱਗੇ ਜਿਨਸ ਦੇ ਮਸਲੇ, ਪੰਜਾਬ ਦੇ ਮਸਲੇ, ਪਾਣੀਆਂ ਦੀ ਮੰਗ ਕੀਤੀ, ਕਿਸਾਨਾਂ ਦੀ ਗੱਲ ਕੀਤੀ ਕਿ ਭਾਈ ਜੇ ਕਿਸਾਨ ਆਪਣੀ ਮਰਜ਼ੀ ਦੇ ਨਾਲ ਫਸਲ ਬੀਜਦਾ ਹੈ ਨਾ, ਉਹਨੂੰ ਵੱਢ ਕੇ ਆਪਣੀ ਮਰਜ਼ੀ ਨਾਲ ਵੇਚਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਪਰ ਉਸ ਸਮੇਂ ਬਹੁਤੇ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਸਰਦਾਰ ਤੇ ਸਿਆਣੇ ਚਿੱਟਿਆਂ ਦਾੜਿਆਂ ਵਾਲੇ, ਉਹਨਾਂ ਨੇ ਵੀ ਕਿਹਾ ਕਿ ਭਿੰਡਰਾਂ ਵਾਲਾ ਤੇ ਗਰਮ ਖਿਆਲੀ ਹੈ, ਇਹਨੇ ਲੋਕਾਂ ਦੇ ਪੁੱਤ ਮਰਵਾ ਦੇਣੇ ਆ। ਪਰ ਮੇਰਾ ਕਲਗੀਆਂ ਵਾਲਾ ਕੀ ਕਹਿੰਦਾ? ਕਹੂ किसी को राज ना दे है, जो ले है निज बल से ले आ शस्त्रन के अधीन है राज। ਹੁਣ ਇੱਥੇ ਬਹੁਤਿਆਂ ਨੇ ਕਹਿਣਾ ਕਿ ਬੀਬੀ ਹਥਿਆਰਾਂ ਨੂੰ ਪ੍ਰਮੋਟ ਕਰਦੀ, ਕਿਉਂ ਨਾ ਕਰੀਏ? ਮੇਰੇ ਕਲਗੀਆਂ ਵਾਲੇ ਨੇ ਇਹਨਾਂ ਨੂੰ ਪੀਰ ਕਿਹਾ ਹੈ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ सैफ सरोही सैथी जहे हमारे पीर शस्त्रन के अधीन है राज। आ वेखिया ना, शांतमई प्रोटेस्ट करके कितना समा हो गया, साल होने वाला। दिल्ली दियां बरूहां ते बैठियां नूं 26 नवंबर नूं गए सी, उदण की होया? पानी दियां बछाड़ा
ਹੋਰ ਕੀ ਹੋਇਆ? ਅਥਰੂ ਗੈਸ ਦੇ ਗੋਲੇ ਉਦੋਂ ਵੀ ਡਾਂਗਾ ਪਈਆਂ ਤੇ ਅਜੇ ਤੱਕ ਕੀ ਪੈ ਰਹੀਆਂ ਡਾਂਗਾ। ਅਪੀਲਾਂ ਵੀ ਕੀਤੀਆਂ, ਦਲੀਲਾਂ ਵੀ ਕੀਤੀਆਂ। ਆ ਯੂਪੀ ਘਟਨਾ ਘਟੀ ਹੈ। 4-5 ਪਰਿਵਾਰ ਜਿਹੜੇ ਨੇ ਉਹਨਾਂ ਦਾ ਪਰਿਵਾਰ ਹੀ ਉਜੜ ਗਿਆ, ਕਿਉਂਕਿ ਇੱਕ ਜੀ ਅੱਖੀਆਂ ਓਲੇ ਹੋ ਜਾਵੇ ਨਾ, ਕੱਲਾ ਘਰ ਨਹੀਂ ਸੰਸਾਰ ਸੁਨਾ ਸੁਨਾ ਜਾਪਦਾ। 20 ਸਾਲ ਦੀ ਉਮਰ ਜਦੋਂ ਪੁੱਤ ਦੀ ਹੋ ਜਾਂਦੀ ਹੈ ਨਾ, ਮਾਂ ਬਾਪ ਦੇ ਮਨ ਦੇ ਅੰਦਰ ਪੁੱਤਰ ਦੇ ਲਈ ਹੋਰ ਬੜੀਆਂ ਰੀਝਾਂ ਪੈਦਾ ਹੋ ਜਾਂਦੀਆਂ। ਨੂੰ ਰਾਣੀ ਆਵੇਗੀ, ਲਾਲ ਦੇ ਲਾਲਾਂ ਨੂੰ ਖਿਡਾਵਾਂਗੇ। ਤੇ ਪਿਆਰੇ ਖਾਲਸਾ ਜੀ, ਅੱਜ ਇਹਨਾਂ ਦੇ ਹੱਥ ਦੇ ਵਿੱਚ ਆਪਣੀ ਬਾਂਗ ਡੋਰ ਫੜਾ ਕੇ ਬੈਠੇ ਸੀ ਤੁਹਾਡੇ ਆਪਣੇ ਬਣਾਏ ਹੋਏ ਲੀਡਰ। ਫਿਰ ਪਿਆਰੇ ਖਾਲਸਾ ਜੀ, ਪ੍ਰੋਟੈਸਟ ਕਰ ਰਹੇ ਦੇ ਉੱਪਰ ਦੀ ਗੱਡੀ ਚੜਾ ਕੇ ਲੰਘ ਜਾਂਦੇ ਆ। ਇਨਸਾਫ ਸਾਨੂੰ ਕੀ ਮਿਲਣਾ ਹੈ? ਕੁਝ ਨਹੀਂ। ਸਾਡੀ ਕੀਮਤ ਕਿੰਨੀ ਹੈ? 45 ਲੱਖ ਰੁਪਈਆ। ਸਾਡੀ ਕੀਮਤ ਕਿੰਨੀ ਹੈ? 10 ਲੱਖ ਰੁਪਈਆ। ਮਾਂ ਨੂੰ ਪੁੱਛੋ ਪੁੱਤ ਵਾਪਸ ਆਏਗਾ? ਨਹੀਂ ਆਏਗਾ। ਭੈਣਾਂ ਨੂੰ ਪੁੱਛੋ ਜਿਹੜੀਆਂ ਸੁੱਖਾ ਸੁੱਖ ਕੇ ਵੀਰਿਆਂ ਨੂੰ ਮੰਗਦੀਆਂ, ਉਹ ਧੀ ਜਿਹੜੀ ਬਾਪ ਦੇ ਬਿਨਾਂ ਰਹਿੰਦੀ ਨਹੀਂ, ਉਹਦਾ ਬਾਪ ਇਸ ਦੁਨੀਆ ਤੋਂ ਚਲੇ ਗਿਆ। ਇਹ ਕੱਲੀਆਂ 4 ਮੌਤਾਂ ਨਹੀਂ ਹੋਈਆਂ। ਅੱਜ ਜਦੋਂ ਦਾ ਸਾਡਾ ਪ੍ਰੋਟੈਸਟ ਚੱਲ ਰਿਹਾ, ਤਕਰੀਬਨ 650 ਤੋਂ ਉੱਪਰ ਮੌਤ ਹੋ ਚੁੱਕੀ ਹੈ। ਘਰਾਂ ਦੇ ਘਰ ਬਰਬਾਦ ਹੋ ਗਏ। ਪਰ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕੀ। ਅਜੇ ਵੀ ਸਾਨੂੰ ਅੱਤਵਾਦੀ ਕਿਹਾ ਜਾ ਰਿਹਾ। ਸ਼ਾਂਤਮਈ ਬੈਠਿਆਂ ਨੂੰ ਇੱਕ ਵਾਰ ਫਿਰ ਤੋਂ ਸਾਡੀਆਂ ਨੀਲੀਆਂ ਪੀਲੀਆਂ ਕੇਸਰੀ ਪੱਗਾਂ ਸਰਕਾਰ ਨੂੰ ਚੁੱਪੀਆਂ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਮੈਂ ਕਹਿੰਦੀ ਆ, ਮੋਦੀ ਯਾਦ ਰੱਖੀ, ਜੇ ਕਿਤੇ ਸੱਚਮੁੱਚ ਹੀ ਆ 26 ਜਨਵਰੀ ਨੂੰ ਲਾਲ ਕਿਲੇ ਤੇ ਅੱਤਵਾਦੀ ਬਣ ਕੇ ਆਉਂਦੇ ਨਾ, ਆ ਫਿਰ 10 ਮਹੀਨਿਆਂ ਦੀ ਨਹੀਂ 10 ਘੰਟਿਆਂ ਦੀ ਲੋੜ ਸੀ। ਦਾਅਵੇ ਨਾਲ ਕਹਿੰਦੀ ਦਿੱਲੀ ਦਾ ਤਖਤਾ ਪਲਟਾ ਕੇ ਰੱਖ ਦੇਣਾ ਸੀ। ਕਿਉਂਕਿ ਹੁੰਦਾ ਅੱਤ ਤੇ ਖੁਦਾ ਦਾ ਸਦਾ ਵੈਰ ਜੀ, ਗੱਲ ਹੈ ਜਮਾਨਾ ਜਾਣਦਾ ਹੁੰਦਾ ਕਦੇ ਵੀ ਨਾ ਬੰਦਾ ਉਹ ਅਵੇਸਲਾ ਜੋ ਹੈ ਸਮੇਂ ਨੂੰ ਪਛਾਣਦਾ। ਲੈਣੀ ਸਮਝ ਸਮੇਂ ਦੀ ਲਲਕਾਰ ਮੈਂ ਮਨਾਂ ਚ ਵਿਚਾਰਿਓ ਮਤਾਂ ਨੂੰ, ਤੇ ਮੈਂ ਗੋਲੀ ਖਾੜਕੂ ਦੇ ਪਿਸਟਲ ਦੀ ਬੋਲਦੀ ਵੈਰੀਓ ਨਾ ਚੁੱਕੋ ਅੱਤਾ ਨੂੰ। ਕਿਉਂਕਿ ਦਿੱਲੀਏ ਨਹੀਂ ਦਰ ਤੇਰਾ ਦੱਬੀ ਬੈਠੇ ਨਹੀਂ, ਹੁਣ ਅੱਕੇ ਹੋਏ ਕਿਸਾਨ ਅੱਗ ਚੱਪੀ ਬੈਠੇ ਨਹੀਂ, ਮੁਰਦੇ ਨਹੀਂ ਕਰਾਂਗੇ ਵਸੀਲਾ ਦਿੱਲੀਏ ਤੇਰੀ ਧੌਣ ਚੋਂ, ਤੇਰੀ ਧੌਣ ਚੋਂ ਕੱਢਾਂਗੇ ਅਸੀਂ ਕੀਲਾ ਦਿੱਲੀਏ ਨਹੀਂ ਤੇਰੀ ਧੌਣ ਚੋਂ। ਹੱਥ ਬੰਨ ਕੇ ਬੇਨਤੀ ਹੈ, ਜਿੱਥੇ ਸਰਕਾਰ ਦੇ ਨਾਲ ਜੰਗ ਲੱਗੀ ਉੱਥੇ ਇਸ ਦਾਤੇ ਦੇ ਅੱਗੇ ਅਰਦਾਸ ਕਰੀਏ, ਜਲਦ ਤੋਂ ਜਲਦ ਇਹ ਜੰਗ ਜਿੱਤ ਕੇ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਆਈਏ। ਜਿਸ ਮੱਕੀ ਦਾ ਰੇਟ 7 ਰੁਪਏ ਲਾਇਆ ਜਾਂਦਾ ਹੈ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਂਦੇ ਆ, ਤੇ ਉਹ ਮੁੜ ਕੇ ਆਟਾ ਕਿੰਨੇ ਦੇ ਵਿੱਚ ਵਿਕਦਾ? 150 ਰੁਪਈਆ, ਕਿਤੇ 200, ਕਿਤੇ 250। ਮੈਂ ਕਹਿੰਦੀ ਹੈ ਜੇ ਇੱਥੇ ਅੰਬਾਨੀ ਤੇ ਅੰਡਾਨੀ ਵਰਗੇ ਆ ਕੇ ਬੈਠ ਗਏ ਨਾ, ਅੱਜ ਜਿੱਥੇ ਮਹੀਨੇ ਦਾ ਲੱਖ ਕਮਾਉਂਦੇ ਹੋ ਮੁੜ ਕੇ 10,000 ਕਮਾਉਣ ਜੋਗੇ ਵੀ ਨਹੀਂ ਛੱਡਣਾ। ਕੋਈ ਸਮਾਂ ਸੀ ਆ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਮਿੱਟੀ ਦੀ ਵੀ ਨਹੀਂ ਰਹਿਣ ਦਿੱਤੀ। ਇੰਨਾ ਸਿਸਟਮ ਕਰਪਟ ਹੋ ਚੁੱਕਿਆ ਮੇਰੇ ਦੇਸ਼ ਦਾ। ਇੱਥੇ ਬਲਾਤਕਾਰੀਆਂ ਨੂੰ ਆਜ਼ਾਦੀ ਹੈ ਤੇ ਬਲਾਤਕਾਰੀਆਂ ਦੇ ਲੱਤਾਂ ਵੱਢਣ ਵਾਲਿਆਂ ਨੂੰ ਫਾਂਸੀ ਦੇ ਰੱਸੇ ਚੁੰਮਣੇ ਪੈ ਰਹੇ ਨੇ। ਅਜੇ ਵੀ ਵੇਲਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਧੀਆਂ ਪੁੱਤਰ ਖਵਾਉਣ ਦੇ ਹੱਕਦਾਰ ਬਣ ਜਾਈਏ। ਜਿੱਦਣ ਸਾਰੇ ਖਾਲਸੇ ਬਣ ਗਏ ਉਦਣ ਖਾਲਿਸਤਾਨ ਮੰਗਣ ਦੀ ਵੀ ਲੋੜ ਨਹੀਂ, ਆਪਣੇ ਆਪ ਖਾਲਿਸਤਾਨ ਬਣ ਜਾਵੇਗਾ। ਹੁਣ ਖਾਲਿਸਤਾਨ ਦਾ ਜਦੋਂ ਨਾਮ ਲਈਦਾ ਤੇ ਬਹੁਤਿਆਂ ਦੀਆਂ ਲੱਤਾਂ ਕੰਬਣ ਡੈ ਪੈਂਦੀਆਂ, ਭਾਰ ਨਹੀਂ ਸਹਾਰਦੀਆਂ ਲੱਤਾਂ, ਕਿ ਪਤਾ ਨਹੀਂ ਖਾਲਿਸਤਾਨ ਕਹਿਣ ਨਾਲ ਬੰਬ ਡਿੱਗਣ ਲੱਗਾ। ਖਾਲਿਸ ਦਾ ਅਰਥ ਜਾਣਦੇ ਹੋ? ਉਦਾਂ ਤੇ ਬਹੁਤੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਆ, ਮੈਂ ਵੀ PhD ਕਰ ਲਈ, ਮੈਂ ਉਹ ਕਰ ਲਿਆ। ਖਾਲਿਸ ਦਾ ਅਰਥ ਕੀ ਹੈ? ਭਾਵ ਕੀ ਹੈ? ਸਾਫ਼ ਤੇ ਸੁਥਰਾ ਸਥਾਨ। ਤਾਂ ਮੈਨੂੰ ਲੱਗਦਾ ਬੱਚਾ ਜਾਣਦਾ ਉਹ ਕਿਹਨੂੰ ਕਹਿੰਦੇ ਆ? ਸਥਾਨ ਕਹਿੰਦੇ ਨੇ ਜਗ੍ਹਾ ਨੂੰ। ਹੁਣ ਜਿੱਥੇ ਸਾਨੂੰ ਸਾਫ਼ ਸੁਥਰੀ ਜਗ੍ਹਾ ਮਿਲੇ ਅਸੀਂ ਉੱਥੇ ਰਹਿਣਾ ਪਸੰਦ ਕਰਾਂਗੇ ਕਿ ਜਿੱਥੇ ਗੰਦਗੀ ਉੱਥੇ ਰਹਿਣਾ ਪਸੰਦ ਕਰਾਂਗੇ? ਆ ਉਹ ਦੇਸ਼ ਹੈ ਜਿੱਥੇ ਅੰਨਦਾਤੇ ਨੂੰ ਲੱਤਾਂ ਪੈਂਦੀਆਂ, ਜਿੱਥੇ ਅੰਨਦਾਤੇ ਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਸਿਰ ਪਾੜੇ ਜਾ ਰਹੇ ਆ, ਜਿੱਥੇ ਅੰਨਦਾਤੇ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ, ਜਿੱਥੇ ਅੰਨਦਾਤੇ ਨੂੰ ਸ਼ਾਂਤ ਬਈ ਪੌਦੀਆਂ ਠੰਡੀਆਂ ਬਰਫੀਲੀਆਂ ਰਾਤਾਂ ਦੇ ਵਿੱਚ ਬੈਠਿਆਂ ਨੂੰ ਵੀ ਇਹਨਾਂ ਨੂੰ ਖਾੜਕੂ ਕਿਹਾ ਗਿਆ। ਆ ਹੁਣ ਜਿੱਦਣ ਦਿੱਲੀ ਘਟਨਾ, ਮਾਫੀ ਦਿਓ ਯੂਪੀ ਘਟਨਾ ਵਾਪਰਦੀ ਹੈ, ਉੱਥੇ ਇੱਕ ਪਾਸੇ ਗੱਡੀਆਂ ਨੂੰ ਅੱਗ ਲੱਗੀ ਜਦੋਂ, ਉਹ ਤੇ ਗੋਦੀ ਮੀਡੀਆ ਨੇ, ਵਿਕਾਊ ਮੀਡੀਆ ਨੇ ਵਿਖਾਉਣਾ ਸ਼ੁਰੂ ਕਰ ਦਿੱਤਾ ਜੇ ਇੱਥੇ ਬੱਬਰ ਖਾਲਸਾ ਆ ਗਿਆ। ਮੈਂ ਕਹਿੰਦੀ ਜੇ ਬੱਬਰ ਖਾਲਸਾ ਸੱਚਮੁੱਚ ਆ ਜਾਂਦਾ ਆ ਤੁਹਾਨੂੰ ਭੱਜਦਿਆਂ ਨੂੰ ਵਾਹਣ ਨਹੀਂ ਸੀ ਲੱਭਣਾ ਕਿ ਵੜਨਾ ਕਿਹੜੇ ਪਾਸੇ ਨੂੰ ਆ। ਇਹ ਹਕੀਕਤ ਹੈ। ਅੱਜ ਇਹੋ ਜਿਹੀਆਂ ਸਰਕਾਰਾਂ ਕਰਦੀਆਂ ਨਾ ਸਾਡੇ ਸਿਰ ਤੇ ਚੜ ਕੇ ਨੱਚਣ ਦੀ ਤਿਆਰੀ, ਇਹਨਾਂ ਨੂੰ ਭੁੰਜੇ ਲਾਉਣ ਵਾਸਤੇ ਫਿਰ ਇਹਨਾਂ ਨੂੰ ਚੁੱਕਣਾ ਪੈਂਦਾ ਹੈ। ਅਜੇ ਵੀ ਬੇਨਤੀ ਹੈ
पिछले बेरां दा कुछ नहीं बिगड़िया। ओ मेरा कलगियां वाला जिहड़ा इन्ना प्रेम करदा है, जदों नंदेड़ दी धरती ते सतगुरु सचखंड जान लगे। अब मैं अखीरली कविता कह के कुछ विचारां करके असीस लै लैनी है। समा बहुता हो चुकिया ते तुसीं जाणदे हो कि जथे दी एक मजबूरी हुंदी है। बहुते ते लागे दे भी होणगे जथे जिहड़े इत्थे हाज़री भर के गए, पर साडा पिंडा बहुत वड्डा, साढ़े 4-5 घंटे लगते हैं जान नूं ते कल नूं दिन दा दीवान है। फिर 11:30 बजे जाके हाज़री भरनी है नूर महल जाके। ते हुण मैं इत्थे जिक्र करदे हां जदों नंदेड़ दी धरती ते मेरा बाजा वाला प्रीतम सचखंड जान लग्या ना, सिंह हाथ जोड़ते हैं, सतगुर दे चरना ते मस्तक रख के बैराग करदे, सहबा सानू ना छड्ड के जाओ। मेरा कलगियां वालिया जदों तेरे दीदारियां नूं मन लोचेगा ये जिंद तड़फेगी, सहबा तेरे दीदार किवें करांगे। मेरा कलगियां वाला कहंदा जदों गुरु गोबिंद सिंह दी याद आई ना, मेरे खालसे दे दीदार कर लियो। गुरु गोबिंद सिंह तुहानू अपने दीदार अपने खालसे चो देवेगा। सतगुरु जदों तुहाडी याद आई ते कोल खालसा ना होया, मेरा कलगियां वाला प्रीतम कहंदा इशनान करके सुच्चे बस्तर पहन के उस 5 चौपाई साहब दे जाप करके शीशे च अपने मुख नूं तकी तेरा कलगियां वाला तेनू तेरे चो अपने दीदार देवेगा। ते सतगुरु जे हुण कोल शीशा भी ना होया, मेरे सतगुरु ने नचोड़ी कढ़ दिता। साहब जी कहंदे फिर सिंघा इंज करी अपने दाड़े दे दर्शन कर लवी, गुरु गोबिंद सिंह तेनू तेरे केसां चो अपने दीदार देवेगा। महानूर बहारां दे जन्मदाता छेड़ा किस तरह तेरे उपकार दी गल किते अर्श दी कमर ना टुट जावे, ताइयों छेड़ी नहीं अदे दीवार दी गल। आगे ठकड़ चढ़दियां लालियां तेरे खालसे नूं जदों छिड़दी है तेरे परिवार दी गल। ओ मेरा कलगियां वाला कंडियां दी सेहत ते सौंके भी की कहंदा मित्र प्यारे नूं हाल मुरीदां दा कहना। आ कविता दा बोल कला कला प्रेम नाल सुनन वाला मुख वाक कलगियां वाले दा सिख सदक निभाउंदा धड़के ना। ओ तां कंडियां ते सुता सी आ मेरी कौम नूं कंडा रड़के। कर विच दीप
ਮੁਕਾਏ ਸੀ ਉਸਨੇ ਇੱਕ ਪਿਤਾ ਦੀ ਸਿੱਖਿਆ ਨੂੰ, ਉਸਨੇ ਇੱਕ ਪਿਤਾ ਦੀ ਸਿੱਖਿਆ ਨੂੰ। ਤੁਸੀਂ ਰੋਲੋ ਹੱਥੀ ਫੜ ਕੇ ਨਾ, ਰੋਲੋ ਹੱਥੀ ਫੜ ਕੇ ਨਾ, ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ, ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ, ਮੁਖ ਵਾਕ ਕਰ ਗਿਆ ਵਾਲੇ ਦਾ। ਰਾਖੀ ਕਰਨੀ ਪੈਂਦੀ ਏ, ਉਹ ਤਾਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ। ਮੇਰਾ ਸੱਚਾ ਸਿੱਖ ਮਹਾਨ ਮੀਆਂ, ਮੇਰਾ ਸੱਚਾ ਸਿੱਖ ਮਹਾਨ ਮੀਆਂ, ਕਦੇ ਬੇਦੋਸ਼ੀਆਂ ਸਿਰ ਪੜ ਕੇ ਨਾ, ਬੇਦੋਸ਼ੀਆਂ ਸਿਰ ਪੜ ਕੇ ਨਾ, ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ, ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ, ਮੁਖ ਵਾਕ ਕਰ ਗਿਆ ਵਾਲੇ ਦਾ, ਮੁਖ ਵਾਕ ਕਰ ਗਿਆ ਵਾਲੇ ਦਾ, ਮੁਖ ਵਾਕ ਕਰ ਗਿਆ ਵਾਲੇ ਦਾ। ਗੁਰ ਇਤਿਹਾਸ ਗੁਰ ਵਿਚਾਰਾਂ ਦੀ ਸਾਂਝ ਰੱਖਦਿਆਂ ਬੇਅੰਤ ਭੁੱਲਾਂ ਹੋਈਆਂ। ਅਣਜਾਣ ਹਾਂ ਸਤਿਗੁਰੂ ਜੀ ਤੇ ਗੁਰੂ ਦੀ ਰੱਬ ਵਰਗੀ ਸੰਗਤ ਬਖਸ਼ਣ ਯੋਗ ਹੈ। ਤਰਸ ਕਰਕੇ ਬਖਸ਼ ਦੇਣਾ। ਜਿਤਨੀ ਸੰਗਤ ਬੈਠੀ ਹੈ, ਮੈਂ ਕਹਿੰਨੀ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਵੇਖੀਏ ਤੇ ਸਹੀ ਸਮਾਗਮ ਮਨਾਏ ਨੇ ਨਿਚੋੜ ਕਿਹੋ ਜਿਹਾ ਨਿਕਲਦਾ। ਕਿਉਂਕਿ ਜਦੋਂ ਸਮਾਗਮ ਹੁੰਦੇ ਨਾ, ਅਸੀਂ ਇੱਥੋਂ ਕੁਝ ਨਾ ਕੁਝ ਸਿੱਖਣ ਲਈ ਆਉਂਦੇ ਹਾਂ। ਗੁਰੂ ਘਰ ਹੈ, ਇਹ ਸਿੱਖੀ ਦਾ ਸਕੂਲ ਹੈ। ਹੁਣ ਇਮਾਨਦਾਰੀ ਦੇ ਨਾਲ ਬਾਹਾਂ ਖੜੀਆਂ ਕਰ ਲਿਓ। ਸੰਗਣਾ ਕਿਸੇ ਨੇ ਨਹੀਂ। ਕੌਣ ਕੌਣ ਹੈ ਜਿਹੜਾ ਮਾਨ ਨਾਲ ਕਹਿੰਦਾ ਕਿ ਮੈਂ ਕਲਗੀਆਂ ਵਾਲੇ ਦਾ ਪੋਤਾ ਤੇ ਮੈਂ ਕਲਗੀਆਂ ਵਾਲੇ ਦੀ ਧੀ ਹਾਂ। ਬਾਹਾਂ ਖੜੀਆਂ ਕਰਕੇ ਚੜ੍ਹਦੀ ਕਲਾ ਦਾ ਸਬੂਤ ਦੇਣਾ। ਬੜੀ ਚੜ੍ਹਦੀ ਕਲਾ ਇੱਕ ਜਕਾਰਾ ਛੱਡ ਦਿਓ। ਸਤਿ ਸ੍ਰੀ ਅਕਾਲ। ਹੁਣ ਉਹ ਇਮਾਨਦਾਰੀ ਦੇ ਨਾਲ ਬਾਹਾਂ ਖੜੀਆਂ ਕਰਨ ਜਿਹੜੇ ਰਹਿਤ ਵਿੱਚ ਵੀ ਪੂਰੇ ਨੇ, ਜਿਨ੍ਹਾਂ ਨੇ ਕੰਨ ਨਹੀਂ ਪੜਵਾਏ ਅੰਮ੍ਰਿਤ ਛਕੇ, ਨੱਕ ਚ ਕੋਕੇ ਨਹੀਂ ਪਾਏ, ਪੈਰਾਂ ਚ ਝਾਂਜਰਾਂ ਨਹੀਂ ਪਾਈਆਂ, ਤੇ ਜਿਹੜੇ ਦਾੜੇ ਨੂੰ ਕਾਲਾ ਨਹੀਂ ਕਰਦੇ ਅੰਮ੍ਰਿਤ ਛਕ ਕੇ। ਹੁਣ ਇਮਾਨਦਾਰੀ ਦੇ ਨਾਲ ਕਰਿਓ ਜਿਹੜਾ ਰਹਿਤ ਤੇ ਬੈਤ ਦੇ ਵਿੱਚ ਦੋਨਾਂ ਚ ਪੂਰਾ ਹੈ। ਬਾਹਾਂ ਖੜੀਆਂ ਕਰਕੇ ਦੱਸਣਾ ਕਰੋ। ਮੈਂ ਕਹਿੰਦੀ ਹੁਣ ਬੜੇ ਵਿਰਲਿਆਂ ਦੀਆਂ ਬਾਹਾਂ ਖੜੀਆਂ ਹੋਈਆਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਕਿਹਾ ਹੈ ਕਿ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਮੇਰਾ ਧੀ ਤੇ ਪੁੱਤ ਹੈ। ਸਤਿਗੁਰੂ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਕਿਨ ਪੁੱਤਰਨ ਕੇ, ਸਾਡੇ ਵੱਲ ਇਸ਼ਾਰਾ ਕੀਤਾ। ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜਿਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨਹੀਂ ਛਕਿਆ ਅੱਜ ਉਹ ਬਾਹਾਂ ਖੜੀਆਂ ਕਰਨ। ਜਿਹੜੇ ਅੱਜ ਪ੍ਰਣ ਕਰਕੇ ਜਾਂਦੇ ਸਤਿਗੁਰੂ ਜਦੋਂ ਆਉਂਦੇ ਸਾਲ ਨੂੰ ਇਹ ਸਮਾਗਮ ਹੋਣਗੇ, ਜਿਹੜੇ ਕੇਸਾਂ ਨੂੰ ਕੈਂਚੀ ਲਵਾਉਂਦੇ ਸਤਿਗੁਰੂ ਮੈਂ ਅੱਜ ਤੋਂ ਬਾਅਦ ਕੇਸਾਂ ਨੂੰ ਕੈਂਚੀ ਨਹੀਂ ਲਵਾਵਾਂਗਾ। ਜਿਹਨੇ ਖੰਡੇ ਦੀ ਪੌਲ ਨਹੀਂ ਲਈ ਉਹ ਨਗੁਰੇ ਪੁਣੇ ਦੀ ਝੂਠ ਲਵਾਵੇ। ਤੇ ਬਾਹਾਂ ਖੜੀਆਂ ਕਰਨ ਇਮਾਨਦਾਰੀ ਦੇ ਨਾਲ ਕਰਿਓ। ਇਹ ਨਾ ਹੋਵੇ ਅੱਜ ਇੱਥੇ ਸਾਰਿਆਂ ਦੇ ਵਿੱਚ ਤਾਂ ਬਾਹਾਂ ਖੜੀਆਂ ਕਰਦੀ ਹੈ, ਹਾਂ ਬਈ ਮੈਂ ਗੁਰੂ ਵਾਲਾ ਬਣਨਾ। ਆ ਫਿਰ ਸਤਿਗੁਰੂ ਜੀ ਦੇ ਕੈਮਰੇ ਦੇ ਵਿੱਚ ਤਾਂ ਕਲਿੱਕ ਹੋ ਜਾਣਾ, ਬੇਸ਼ੱਕ ਸਾਡੀਆਂ ਨਜ਼ਰਾਂ ਚੋਂ ਭੁੱਲ ਜਾਵੇਗਾ। ਹੁਣ ਬਾਹਾਂ ਖੜੀਆਂ ਕਰਨੀਆਂ। ਕੌਣ ਹੈ ਜਿਹੜਾ ਪ੍ਰਣ ਕਰਦਾ ਹੈ ਕਿ ਸਤਿਗੁਰੂ ਜਦੋਂ ਆਉਂਦੇ ਸਾਲ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਾਂਗਾ, ਮੈਂ ਕਲਗੀਆਂ ਵਾਲੇ ਦਾ ਪੁੱਤ ਖਵਾਵਾਂਗੇ ਤੇ ਕਲਗੀਆਂ ਵਾਲੇ ਦੀ ਧੀ। ਕਿੰਨੇ ਕੁ ਨੇ? ਆ ਇੰਨੀ ਗਿਣਤੀ ਦੇ ਵਿੱਚ ਬੈਠੇ ਆ। ਮੈਂ ਕਹਿੰਨੀ ਜੇ ਨਿਹੰਗ ਸਿੰਘਾਂ ਦੇ ਬੋਲੇ ਦੇਖਣੇ ਹੋਣ ਨਾ, ਕੱਲੇ ਨੂੰ 1.25 ਲੱਖ ਕਹਿੰਦੇ ਆ, ਤੇ ਦੋ ਕਿੰਨੇ ਬਣਦੇ 2.5। ਆ ਗਿਣਤੀ ਕਰ ਲੋ ਕਿੰਨੇ ਲੱਖ ਦੇ ਵਿੱਚ ਬੈਠੇ ਆ। ਫਿਰ ਤਾਂ ਇਹੀ ਕਹਿ ਸਕਦੇ ਆ ਨਾ ਕਿ ਬਹੁਤੇ ਤੇ ਤਨ ਕਰਕੇ ਛੱਡ ਕੇ ਚਲੇ ਜਾਂਦੇ ਆ। ਤੇ ਜਾਂ ਫਿਰ ਸਾਡੇ ਕੋਲ ਇੱਕ ਐਕਸਕਿਊਜ਼ ਹੁੰਦਾ ਹੈ ਜੀ, ਸਿੱਖੀ ਤਾਂ ਦਿਲ ਚ ਹੋਣੀ ਚਾਹੀਦੀ ਹੈ, ਵਿਖਾਵਾ ਕਰਕੇ ਕੀ ਕਰਨਾ। ਫਿਰ ਮਹਾਰਾਜ ਨੇ ਤਾਂ ਸਾਨੂੰ ਵਿਖਾਵਾ ਹੀ ਦੇ ਦਿੱਤਾ ਗੱਲਾਂ। ਜਾਂ ਬਹੁਤੇ ਕਹਿਣਗੇ ਸਿੱਖੀ ਦਿਲ ਚ ਹੋਣੀ ਚਾਹੀਦੀ ਹੈ, ਹੁਣ ਬਹੁਤਿਆਂ ਨੇ ਇੱਥੇ ਹੱਸਣਾ ਵੀ ਹੈ। ਆ ਗਵਾਂਢੀਆਂ ਦੀ ਗੱਲ ਸੁਣੀ ਹੋਵੇ ਉਹ ਸਾਡੇ ਢਿੱਡ 'ਚ ਪਚਦੀ ਨਹੀਂ। ਹਕੀਕਤ ਹੈ ਨਾ।
ਸਿੱਖੀ ਪਤਾ ਨਹੀਂ ਅਸੀਂ ਕਿੰਨੇ ਕੁ ਚਿਰ ਤੋਂ ਅੰਦਰ ਦੱਬ ਕੇ ਬੈਠੇ ਆ। ਮਹਾਰਾਜ ਪਾਤਸ਼ਾਹ ਜੀ ਨੇ ਆ ਸਾਡੀ ਪਹਿਚਾਣ ਸਾਨੂੰ ਦਿੱਤੀ ਹੈ। ਮੇਰਾ ਖਾਲਸਾ ਪੁੱਤ ਲੱਖਾਂ ਚੋਂ ਖੜਿਆ ਪਹਿਚਾਣਿਆ ਜਾਏ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤੇ ਅੱਜ ਘਰ ਜਾ ਕੇ ਸ਼ੀਸ਼ੇ 'ਚ ਮੂੰਹ ਤੱਕ ਕੇ ਵੇਖਿਓ ਕਿ ਕਲਗੀਆਂ ਵਾਲੇ ਦੇ ਧੀਆਂ ਪੁੱਤਰ ਖਵਾਉਣ ਦੇ ਹੱਕਦਾਰ ਹਾਂ ਜਾਂ ਨਹੀਂ। ਹੱਥ ਬੰਨ ਕੇ ਬੇਨਤੀ ਹੈ, ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਪ੍ਰਬੰਧਕ ਜਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਭਾਈ ਜੇ ਕੋਈ ਗੁਰੂ ਵਾਲਾ ਬਣਨ ਵਾਸਤੇ ਤਿਆਰ ਹੁੰਦਾ ਹੈ, ਚਾਹੇ ਲਾਗੇ ਛਾਗੇ ਕਿਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਆਪ ਸੰਗਤ ਨੂੰ ਅੰਮ੍ਰਿਤ ਛਕਾਉਣ ਵਾਸਤੇ ਲੈ ਕੇ ਜਾਇਆ ਕਰੀਏ। ਇਹ ਉਪਰਾਲੇ ਅਸੀਂ ਕਰਨੇ ਕਿਉਂਕਿ ਕੌਮ ਸਾਡੀ ਸਾਰਿਆਂ ਦੀ ਸਾਂਝੀ ਹੈ। ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ, ਆਪੋ ਆਪਣੀ ਸੇਵਾ ਨਿਭਾ ਲਈਏ। ਆ ਨਾ ਤੇ ਚੌਧਰਾਂ ਦੇ ਭੁੱਖਿਆ ਸਾਨੂੰ ਪਹਿਲਾਂ ਕੁਝ ਦਿੱਤਾ ਤੇ ਨਾ ਕੁਝ ਹੋਣ ਦੇਣਾ। ਮੈਂ ਕਹਿੰਦੀ ਹਾਂ ਕਿ ਜਿੰਨਾ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਕੋਲ ਬਜਟ ਹੈ, ਕੋਈ ਸਿੱਖ ਪਰਿਵਾਰ ਦਾ ਬੱਚਾ ਭੁੱਖਾ ਨਾ ਸੋਵੇ। ਪਰ ਹਾਲਾਤ ਕਿਹੋ ਜਿਹੇ ਬਣ ਗਏ ਅੱਜ ਦੇ ਸਮੇਂ ਦੇ ਵਿੱਚ, ਬਾਬਾ ਬੁੱਢਾ ਸਾਹਿਬ ਜੀਆਂ ਦੀ ਗੁਰਗੱਦੀ ਦੇ ਵਾਰਸ ਗੁਰੂ ਘਰ ਦਾ ਵਜ਼ੀਰ ਵੀ ਫਾਹੇ ਲੈਣ ਨੂੰ ਤਿਆਰ ਹੋ ਗਿਆ। ਸਿਸਟਮ ਕਰਪਟ ਹੈ। ਸਾਨੂੰ ਸਾਡੀ ਆਵਾਜ਼ ਜਦੋਂ ਅਸੀਂ ਬੁਲੰਦ ਕਰਦੇ ਹਾਂ, ਦਬਾਉਣ ਦੇ ਵਾਸਤੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ। ਸਾਨੂੰ ਹੱਕ ਸਾਡੇ ਨਹੀਂ ਮਿਲਦੇ, ਪਰ ਹੱਕ ਰਾਜ ਜਦੋਂ ਵੀ ਲਏ ਨੇ ਧੱਕੇ ਦੇ ਨਾਲ ਖੋਣੇ ਪੈਂਦੇ ਆ, ਪੱਬਾਂ ਦੇ ਪਾਰ ਹੋ ਕੇ ਲੈਣੇ ਪੈਂਦੇ ਆ। ਕੋਟਾਨ ਕੋਟ ਸਤਿਗੁਰੂ ਜੀਆਂ ਦਾ ਸ਼ੁਕਰ ਕਰੀਏ ਜਿਨ੍ਹਾਂ ਨੇ ਸਾਡੇ ਸੀਸ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਗੋਦ ਦੇ ਅੰਦਰ ਬੈਠਣ ਦਾ ਸੁਭਾਗਾ ਸਮਾਂ, ਇਹ ਸੁਭਾਗੀਆਂ ਘੜੀਆਂ ਸਾਡੀ ਸਭਨਾਂ ਦੀ ਝੋਲੀ ਵਿੱਚ ਪਾਈਆਂ। ਸਾਡੀ ਮਜਬੂਰੀ ਬਹੁਤ ਵੱਡੀ ਹੈ, ਸਾਨੂੰ ਜਾਣਾ ਪੈਣਾ। 1 ਘੰਟੇ ਦਾ ਪ੍ਰਬੰਧਕ ਜਨਾਂ ਦੇ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਸਟੇਜ ਦੇ ਉੱਪਰ ਸੰਗਤ ਦੇ ਦਰਸ਼ਨ ਕਰਾਂਗੇ। ਹੋਰ ਕਿਤੇ ਆਪ ਜੀਆਂ ਦੇ ਨਗਰ ਦੇ ਵਿੱਚ ਆਏ ਜਾਂ ਇਲਾਕੇ ਦੇ ਵਿੱਚ ਆਏ, ਫਿਰ ਸਤਿਗੁਰੂ ਜੀ ਕਿਰਪਾ ਕਰਨ, ਜਿੰਨਾ ਆਪ ਸੰਗਤ ਹੁਕਮ ਕਰੋਗੇ ਉਹਨਾਂ ਸਮਾਂ ਲਵਾਂਗੇ। ਜਿਹੋ ਜੀਆਂ ਵਾਰਾਂ ਕਹੋਗੇ ਮਹਾਂਪੁਰਖਾਂ ਦੇ ਜੀਵਨ ਤੇ ਖੁੱਲ੍ਹ ਕੇ ਪ੍ਰਚਾਰ ਕਰਾਂਗੇ। ਹੁਣ ਸਮੇਂ ਦੀ ਬੜੀ ਘਾਟ ਹੈ ਤੇ ਇੱਥੋਂ ਜਾਂਦਿਆਂ ਵੀ ਬੜਾ ਵਕਤ ਲੱਗ ਜਾਣਾ। ਦਿਓ ਜੀ ਅਸੀਸ। ਜਥੇ ਲਈ ਇੱਕ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਸਤਿਗੁਰੂ ਪਾਤਸ਼ਾਹ ਜੇ ਸੱਚ ਦੇ ਰਾਹ ਤੇ ਤੁਰੇ ਆ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਅਕਾਲੀ ਇੱਕ ਘਟਨਾ ਘਟੀ ਸੀ, ਰਸਤੇ ਵਿੱਚ ਤੁਰੇ ਜਾਂਦੇ ਸਾਂ। ਹੁਣ ਪਤਾ ਨਹੀਂ ਗੁਰੂ ਸਾਹਿਬ ਜਾਣੇ ਕਿ ਕਿਹਨਾਂ ਦੇ ਵੱਲੋਂ ਇਹੋ ਜਿਹੀ ਘਿਨਾਉਣੀ ਹਰਕਤ ਕੀਤੀ ਗਈ ਹੈ। ਗੱਡੀ ਤੇ ਉਹਨਾਂ ਨੇ ਪੱਥਰ ਮਾਰਿਆ। ਚਲੋ ਬਾਕੀ ਗੁਰੂ ਸਾਹਿਬ ਜੀ ਕਹਿੰਦੇ ਜਿਸ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀਆਂ ਦਾ ਹੱਥ ਹੋਵੇ ਉਹਦਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਮਹਾਰਾਜ ਨੇ ਬੜੀ ਜੈ ਜੈਕਾਰ ਕੀਤੀ ਹੈ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਜੇ ਤੁਸੀਂ ਕਰੋਗੇ, ਇਹ ਨਾ ਸਮਝਿਓ ਕਿ ਕਿਤੇ ਜ਼ਬਾਨ ਨੂੰ ਬੰਦ ਕਰ ਲੋਗੇ। ਇੱਕ ਅਰਦਾਸ ਜਥੇ ਲਈ ਇਹ ਸਾਰੇ ਰਲ ਕੇ ਕਰ ਦਿਓ, ਜਿੰਨਾ ਚਿਰ ਸਤਿਗੁਰੂ ਪ੍ਰਚਾਰ ਦੀ ਸੇਵਾ ਲੈਣੀ ਹੈ ਸੱਚ ਬੋਲਦੇ ਰਹੀਏ। ਮਾਇਆ ਦੇ 4 ਛਿਲੜ ਵੇਖ ਕੇ ਜਿਹੋ ਜਿਹੇ ਜਿਹੜੇ ਵਿਰੋਧੀ ਘਿਨਾਉਣੀਆਂ ਹਰਕਤਾਂ ਕਰਦੇ ਆ, ਇਹਨਾਂ ਨੂੰ ਵੇਖ ਕੇ ਕਿਤੇ ਸਾਡੀ ਜ਼ੁਬਾਨ ਅੱਜ ਕੱਲ੍ਹ ਦੇ ਖੋਤੀ ਪ੍ਰਚਾਰਕਾਂ ਦੇ ਵੱਲੋਂ ਆ ਸਾਡੀ ਜ਼ੁਬਾਨ ਜਿਹੜੀ ਬਕਾਊ ਨਾ ਹੋ ਜਾਵੇ। ਬਾਕੀ ਗੁਰੂ ਸਾਹਿਬ ਜੀ ਬਹੁਤ ਸਮਰੱਥ ਨੇ। ਇਹ ਸਤਿਗੁਰੂ ਪਾਤਸ਼ਾਹ ਜੀ ਸਦਾ ਹੀ ਅੰਗ ਸੰਗ ਰਹਿੰਦੇ ਨੇ ਆਪਣੇ ਪਿਆਰਿਆਂ ਦੇ, ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਸਾਰੇ ਅਰਦਾਸ ਕਰੀਏ ਸਭਨਾਂ ਦੀ ਝੋਲੀ ਵਿੱਚ ਗੁਰਸਿੱਖੀ ਜੀਵਨ ਤੇ ਨਾਮਦਾਨ ਦੀਆਂ ਦਾਤਾਂ ਪਾ ਕੇ ਸਤਿਗੁਰੂ ਜੀ ਬਖਸ਼ ਲੈਣਾ। ਤਰਸ ਕਰ ਲਿਓ ਸਾਡੇ ਵਰਗਿਆਂ ਤੇ, ਦਿਓ ਜੀ ਅਸੀਸ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।